सतनाम करता पुरख निर्भव निर्वैर अकाल मूरत अजूनी सैभं गुर प्रसाद। मैं नाही कछो नहीं किछ आह न मोरा अवसर लज्जा राख ले हो सदना जन तोरा। आवे साहिब चित तेरियां भगतां डिठियां मन की कटिए मैल साध संग उठियां। जन्म मरण भौ कटिए जन का शब्द जप बंधन खोलन संत दूत सब जाहि छप। तिस स्यों लायन रंग जिस दी सब धारिया ऊंची हो ऊंचा थान अगम अपारिया। रैन दिन कर जो सास सास ध्याइए जां आपे होए दयाल तां भगत संग पाइए। जागत जो सतगुरु धन श्री गुरु ग्रंथ साहिब पातशाह जी दी पावन हजूरी जुड़ बैठे समूह गुरमुख प्यारे सत्संगी जनों, सरबंस दानी अमृत के दाते धन गुरु गोबिंद सिंह साहिब पातशाह जी दी बख्शिश कीती हुई गुरफतेह सांझी करिए जी। वाहिगुरू जी का खालसा वाहिगुरू जी की फतेह। हमेशा दी तरह अज दा इस सुभागा समा जिहड़ा गुरु के कहाउण वालियां नूं सानूं बख्शिश होया, इहदे विच आप सारियां ने मिल करके वाहिगुरू जी दे दर तो वरोसाए होए वाहिगुरू जी की ही कृपा द्वारा पातशाह जी की प्यार याद दे विच लिवलीन हुंदियां अपने आप नूं वाहिगुरू जी विच ही लिवलीन करके जो ब्रह्म अवस्था वाहिगुरू रूप वाली ब्रह्म जोत का प्रकाश अपने अंदर कीता, उन्हां दी कमाई का ध्यान धरन वास्ते ये समागम गुरमत समागम आप जी ने आयोजित किया है। प्रबंधक साहिबाना दे गुरु प्यार दे सदे ते सारे जुड़ बैठे हो। यत्न करिए ऐस भागे समय नूं कुछ घड़ियां सुनन सुनाउण तक सीमित ना रखिए। झोली अड्डीए पातशाह ये सुनिया सुनाया उन्हां दी याद विच इत्थे कुछ समा बिताया। आउण वाले जीवन दे पलां विच साडे लई उस अरदास नूं ना केवल याद रखण योग बनावे बल्कि उहदे अनुसार अपना जीवन ढालण लई सतगुरु दीआं रहमतां साडे ते होण। गुरु प्यारिओ रोज़ अरदास करदे हां असीं, जिहड़ी अरदास मैं हमेशा बेनती करिया करदा, दुनिया दी किसी कौम किसी भाईचारे दे कोल नहीं है। मनुखी जीवन दीआं इच्छावां मंगां लोड़ां दी पूर्ति लई इस संसार दा हर मनुख किसी न किसी रूप दे विच अपने इष्ट अपने गुरु पीर पैगंबर वाहिगुरू जी कोल अपने अपने ढंग नाल अपनी अपनी भाषा विच अरदासां बेनतियां करदा है। आपां भी गुरु के सिख कहाउण वाले मनुख दे तौर ते अपनियां अपने परिवार दीयां लोड़ां लई अरदासां बेनतियां करदे हैं, लेकिन साडी
ਸਾਡੇ ਗੁਰੂਆਂ ਵੱਲੋਂ, ਮਹਾਂਪੁਰਖਾਂ ਵੱਲੋਂ ਦਿੱਤੀ ਹੋਈ ਅਰਦਾਸ ਦੇ ਵਿੱਚ ਤੇ ਦੂਸਰੀਆਂ ਭਾਈਚਾਰਿਆਂ ਦੀ ਅਰਦਾਸ ਵਿੱਚ ਅੰਤਾਂ ਦਾ ਫਰਕ ਹੈ। ਅਸੀਂ ਆਪਣੀਆਂ ਲੋੜਾਂ ਦੀ, ਇੱਛਾਵਾਂ ਦੀ, ਮੰਗਾਂ ਦੀ ਗੱਲ ਗੁਰੂ ਸਾਹਿਬ ਕੋਲ ਬਾਅਦ ਵਿੱਚ ਰੱਖਦੇ ਹਾਂ। ਪਹਿਲਾਂ ਸਾਨੂੰ ਆਗਿਆ ਕੀਤੀ ਗਈ ਹੈ ਕਿ ਤੁਸੀਂ ਜਿਸ ਵਾਹਿਗੁਰੂ ਕੋਲ, ਜਿਸ ਸਤਿਗੁਰੂ ਕੋਲ ਅਰਦਾਸ ਬੇਨਤੀ ਕਰਨੀ ਹੈ, ਉਹਨਾਂ ਨੂੰ ਯਾਦ ਕਰਦਿਆਂ ਕਰਦਿਆਂ ਪਹਿਲਾਂ ਉਹਨਾਂ ਨੂੰ ਯਾਦ ਕਰਨਾ ਹੈ ਜਿਨ੍ਹਾਂ ਨੇ ਇਦਾਂ ਹੀ, ਜਿਵੇਂ ਅੱਜ ਆਪਾਂ ਚੱਲ ਕੇ ਆਏ ਆ, ਇਦਾਂ ਹੀ ਗੁਰੂ ਕੋਲ ਆਉਂਦਿਆਂ ਆਉਂਦਿਆਂ ਗੁਰੂ ਦੀ ਦਿੱਤੀ ਹੋਈ ਮਤ ਮਰਿਆਦਾ ਅਨੁਸਾਰ ਜਦੋਂ ਝੋਲੀ ਅੱਡੀ, ਉਹ ਇੰਨੀ ਸੁੱਚੀ ਭਾਵਨਾ ਨਾਲ, ਇੰਨੀ ਸੱਚੀ ਸੁੱਚੀ ਪਵਿੱਤਰ ਬਿਰਤੀ ਨਾਲ ਝੋਲੀ ਅੱਡੀ ਕਿ ਉਹਦੇ ਵਿੱਚ ਨਾ ਕੇਵਲ ਸੰਸਾਰਕ ਲੋੜਾਂ ਦੀ ਪੂਰਤੀ ਦਾ ਗੁਰੂ ਸਾਹਿਬ ਨੇ ਦਾਨ ਪਾਇਆ, ਬਲਕਿ ਇਹਦੇ ਨਾਲ ਨਾਲ ਸੰਸਾਰਕ ਭੁੱਖਾਂ ਤੋਂ ਉੱਪਰ ਉੱਠਣ ਲਈ ਜਿਹੜੀ ਭਜਨ ਬੰਦਗੀ ਦੀ ਦਾਤ ਚਾਹੀਦੀ ਹੈ, ਨਾਮ ਸਿਮਰਨ ਦੀ ਸਿਫਤ ਸਲਾਹ ਦੀ ਦਾਤ ਚਾਹੀਦੀ ਹੈ, ਉਹ ਵੀ ਉਹਨਾਂ ਦੀ ਝੋਲੀ ਪਾਈ। ਤੇ ਉਹਨਾਂ ਨੇ ਉਸ ਨਾਮ ਸਿਮਰਨ ਦੀ ਕਮਾਈ ਕਰਦਿਆਂ ਕਰਦਿਆਂ ਪਹਿਲਾਂ ਦੁਨੀਆ ਦੀ ਭੀੜ ਵਿੱਚੋਂ ਆਪਣੇ ਆਪ ਨੂੰ ਕੱਢ ਕੇ ਸਿੱਖ ਬਣਨਾ ਸਿੱਖਿਆ, ਫਿਰ ਸਿੱਖ ਰੂਪ ਤੋਂ ਗੁਰੂ ਨਾਲ ਜੁੜ ਕੇ ਗੁਰੂ ਰੂਪ ਹੋਣਾ ਸਿੱਖਿਆ, ਫਿਰ ਗੁਰੂ ਰੂਪ ਹੋ ਕੇ ਵਾਹਿਗੁਰੂ ਰੂਪ ਹੋਣਾ ਸਿੱਖਿਆ। ਉਹ ਜਿਹੜਾ ਗੁਰੂਦੇਵ ਦਾ ਬਾਣੀ ਵਿੱਚ ਬਚਨ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਉਹਨਾਂ ਨੇ ਉਹ ਮੂਲ ਪਛਾਣਦਿਆਂ ਆਪਣੇ ਜੋਤ ਸਰੂਪ ਹੋਣ ਦਾ ਸੱਚ ਆਪਣੇ ਜੀਵਨ ਵਿੱਚ ਪ੍ਰਗਟ ਕਰ ਲਿਆ। ਇਸ ਕਰਕੇ ਸਾਨੂੰ ਆਖਿਆ ਜਾਂਦਾ ਕਿ ਆਪਣੀਆਂ ਮੰਗਾਂ ਮੰਗਣ ਤੋਂ ਪਹਿਲਾਂ ਇਹ ਜ਼ਰੂਰ ਤੁਸੀਂ ਸ਼ਬਦ ਦੁਹਰਾਉਣੇ ਨੇ, ਜਿਨ੍ਹਾਂ ਨੇ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅੰਡਿਟ ਕੀਤਾ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਉਹਨਾਂ ਦੀ ਕਮਾਈ ਦਾ ਧਿਆਨ ਧਰਨ ਦੀ ਗੱਲ, ਇਹ ਭਲਾ ਕਿਉਂ ਆਖਿਆ ਗਿਆ ਜੀ? ਮੈਂ ਬੇਨਤੀ ਇੱਥੋਂ ਸ਼ੁਰੂ ਕੀਤੀ, ਇਸ ਕਰਕੇ ਕਿ ਉਹਨਾਂ ਦੀ ਕਮਾਈ ਦਾ ਧਿਆਨ ਧਰਦਿਆਂ ਧਰਦਿਆਂ ਜਿਹੜੀ ਝੋਲੀ ਅੱਡਣ ਵਾਸਤੇ ਅਸੀਂ ਇੱਥੇ ਆਏ ਹਾਂ, ਆਪਣੇ ਲੋਕ ਨੂੰ ਸੁਖੀਆ ਬਣਾਉਣ ਵਾਸਤੇ, ਇਹਾਂ ਸੁਖ ਦੀ ਪ੍ਰਾਪਤੀ ਵਾਸਤੇ, ਉਹਦੇ ਲਈ ਜਿਹੜੀ ਪਾਤਰਤਾ ਚਾਹੀਦੀ ਹੈ, ਉਹਦੇ ਲਈ ਜਿਹੜੀ ਝੋਲੀ ਚਾਹੀਦੀ ਹੈ, ਉਹਦੀ ਤਿਆਰੀ ਹੋ ਸਕੇ, ਉਹਦੇ ਅਸੀਂ ਅਧਿਕਾਰੀ ਬਣ ਸਕੀਏ। ਸਾਡੀ ਅਰਦਾਸ ਕੇਵਲ ਕਰਮਕਾਂਡੀ ਨਾ ਹੋਵੇ, ਨਹੀਂ, ਉਸ ਅਰਦਾਸ ਦੇ ਪ੍ਰਤੀ ਅਸੀਂ ਇਮਾਨਦਾਰ ਹੋ ਸਕੀਏ, ਸੁੱਚੇ ਹੋ ਸਕੀਏ, ਤੇ ਉਸ ਅਰਦਾਸ ਦੇ ਪ੍ਰਤੀ ਇੱਕ ਕਾਂਸਟੈਂਟ ਅਵੇਅਰਨੈਸ, ਜਿਸ ਨੂੰ ਅਸੀਂ ਆਖਦੇ ਹਾਂ ਨਿੱਤਾ ਪ੍ਰਤੀ ਦੀ, ਹਰ ਘੜੀ ਦੀ ਸੁਚੇਤ ਜਾਗਰਤ ਅਵਸਥਾ। ਅੱਜ ਮੈਂ ਮੰਗਿਆ ਕੀ ਗੁਰੂ ਕੋਲ, ਮੇਰੀ ਲੋੜ ਕੀ ਸੀ, ਮੇਰੇ ਅੰਦਰ ਦੀ ਅਵਸਥਾ ਕੀ ਹੈ, ਤੇ ਮੈਂ ਮੂੰਹੋਂ ਜੋ ਬੋਲ ਰਿਹਾ ਜਾਂ ਬੋਲ ਰਹੀ ਹਾਂ ਉਹ ਕੀ ਹੈ। ਜੇ ਮੈਂ ਦੁਨੀਆ ਦੀਆਂ ਲੋੜਾਂ ਦੀ, ਮੰਗਾਂ ਦੀ, ਇੱਛਾਵਾਂ ਦੀ ਪੂਰਤੀ ਲਈ ਗੁਰੂ ਕੋਲ ਝੋਲੀ ਅੱਡਣੀ ਹੈ, ਤਾਂ ਫਿਰ ਉਹਦੇ ਪ੍ਰਤੀ ਮੈਂ ਇਮਾਨਦਾਰ ਹਾਂ। ਇਹ ਨਹੀਂ ਕਿ ਮੂੰਹੋਂ ਤੇ ਮੈਂ ਮਹਾਰਾਜ ਨਾਮਦਾਨ ਬਖਸ਼ੋ, ਨਾਮਦਾਨ ਬਖਸ਼ੋ, ਤੇ ਅੰਦਰ ਮੇਰੇ ਚੱਲਦੀ ਹੋਵੇ ਕਿ ਮੈਂ ਆਹ ਲੈਣਾ, ਉਹ ਲੈਣਾ, ਇਹ ਲੈਣਾ। ਮਹਾਰਾਜ ਕਹਿੰਦੇ ਨਾ, ਜਿਹਦੇ ਕੋਲ ਆਇਓ ਯਾਦ ਰੱਖਿਓ, ਭਰੋਸਾ ਕਰਿਓ, ਉਹ ਅੰਤਰਯਾਮੀ ਹੈ, ਉਹ ਤੁਹਾਡੇ ਅੰਦਰ ਦੀ ਜਾਣਦਾ ਹੈ। ਦੁਨੀਆ ਦੇ ਦਿਖਾਵੇ ਵਾਸਤੇ ਗੁਰੂ ਸਾਹਿਬ ਕੋਲ ਅਰਦਾਸਾਂ ਨਹੀਂ ਕਰਨੀਆਂ। ਜੇ ਤਿਨਾਂ ਪਿਆਰਿਆਂ ਦਾ ਮੇਲ ਬਖਸ਼ਿਓ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ, ਤਾਂ ਫਿਰ ਇਸ ਅਰਦਾਸ ਦੇ ਪ੍ਰਤੀ ਤੁਹਾਡੇ ਅੰਦਰ ਇਮਾਨਦਾਰੀ ਵਾਲੀ ਅਵਸਥਾ ਵੀ ਹੋਣੀ ਚਾਹੀਦੀ। ਇਹ ਨਹੀਂ ਕਿ ਇੱਥੇ ਭਾਈ ਸਾਹਿਬ ਜੀ ਨੇ ਸਾਡੇ ਵੱਲੋਂ ਪ੍ਰਤੀਨਿਧ ਬਣ ਕੇ ਅਰਦਾਸ ਤੇ ਕਰਤੀ ਤੇ ਸਾਨੂੰ ਪਤਾ ਹੀ ਨਹੀਂ ਕੀ ਮੰਗਿਆ, ਬਾਹਰ ਜਾ ਕੇ ਫਿਰ ਦੁਨੀਆ ਦੀ ਭੀੜ ਵਿੱਚ ਗਵਾਚ ਗਏ, ਕਿਸੇ ਦੀ ਨਿੰਦਿਆ, ਕਿਸੇ ਦੀ ਚੁਗਲੀ, ਕਿਸੇ ਨਾਲ ਈਰਖਾ, ਕਿਸੇ ਨਾਲ ਦਵੈਸ਼। ਪਿਆਰਿਆਂ ਦਾ ਸੰਗ ਜਿਹੜਾ ਮੰਗਿਆ, ਉਹ ਤੇ ਐਵੇਂ ਹੀ ਇੱਕ ਕਰਮਕਾਂਡ ਹੀ ਕੀਤਾ ਨਾ। ਫਿਰ ਇੱਥੋਂ ਜਾਣ ਤੋਂ ਬਾਅਦ ਮੇਰੇ ਧਿਆਨ ਵਿੱਚ ਹੋਵੇ ਕਿ ਮੈਂ ਸਤਿਗੁਰੂ ਕੋਲੋਂ, ਮੇਰੇ ਵੱਲੋਂ ਭਾਈ ਸਾਹਿਬ ਜੀ ਨੇ ਮੰਗ ਕੀਤੀ ਸੀ
ਕਿ ਤਿੰਨਾਂ ਪਿਆਰਿਆਂ ਦਾ ਮੇਲ ਬਖਸ਼ਿਓ। ਅੱਜ ਮੈਂ ਆਪਣੀ ਪਤਨੀ ਨਾਲ, ਆਪਣੇ ਪਤੀ ਨਾਲ, ਆਪਣੇ ਬੱਚਿਆਂ ਨਾਲ, ਆਪਣੇ ਮਿੱਤਰਾਂ ਪਿਆਰਿਆਂ ਨਾਲ ਜਦੋਂ ਮੇਲ ਬੈਠਿਆ ਤੇ ਮੇਰੇ ਅੰਦਰ ਸੁਰਤੀ ਬਿਰਤੀ 'ਚੋਂ ਅਰਦਾਸ ਚੱਲ ਰਹੀ ਕਿ ਨਹੀਂ ਚੱਲ ਰਹੀ। ਇਹਨਾਂ ਨਾਲ ਮੇਲ ਬੈਠਦਿਆਂ ਮੈਨੂੰ ਆਪ ਜੀ ਦਾ ਨਾਮ ਚੇਤਾਵੇ ਵਾਲੀ ਸੁਰਤੀ ਬਿਰਤੀ ਹੈ ਕਿ ਨਹੀਂ ਚੇਤੇ ਵਿੱਚ। ਜਦੋਂ ਅਸੀਂ ਭਗਤਾਂ ਦੀ ਗੱਲ ਕਰਦੇ ਹਾਂ ਨਾ ਗੁਰੂ ਪਿਆਰਿਓ, ਜਿਨ੍ਹਾਂ ਦੀ ਯਾਦ ਵਿੱਚ ਅੱਜ ਗੁਰਮਤਿ ਸਮਾਗਮ 'ਚ ਜੁੜ ਬੈਠੇ ਹਾਂ, ਉਹਨਾਂ ਦੀ ਕਮਾਈ ਦਾ ਇਸੇ ਪੱਖੋਂ ਧਿਆਨ ਕਰਨਾ ਹੈ ਤਾਂ ਕਿ ਉਹਨਾਂ ਵਰਗਾ ਹਰ ਘੜੀ ਹਰ ਪਲ ਸਾਥ ਸਾਥ ਸਿਮਰੋ ਗੋਬਿੰਦ ਵਾਲਾ ਚਾਓ ਸਾਡੇ ਅੰਦਰ ਪੈਦਾ ਹੋ ਸਕੇ। ਇੱਥੇ ਬੈਠੇ ਹੋ ਮਹਾਰਾਜ ਕਹਿੰਦੇ ਕਦੀ ਭਗਤਾਂ ਵਾਂਗ ਬੈਠਣਾ ਵੀ ਸਿੱਖੋ। ਅਜੇ ਅਸੀਂ ਦੁਨੀਆਦਾਰਾਂ ਵਾਂਗ ਬੈਠੇ ਹਾਂ। ਇਹ ਫਰਕ ਸਮਝਣਾ ਇੱਥੇ। ਦੇਖੋ ਮੈਂ ਬੇਨਤੀ ਕਰਾਂ, ਭਗਤਾਂ ਦਾ ਇਤਿਹਾਸ ਤੁਸੀਂ ਬਹੁਤ ਵਾਰੀ ਸੁਣ ਲਿਆ, ਪੜ੍ਹ ਲਿਆ। ਮੈਂ ਕਥਾ ਕਹਾਣੀਆਂ ਨਹੀਂ ਸੁਣਾਉਣੀਆਂ ਤੁਹਾਨੂੰ ਬਹੁਤ ਜ਼ਿਆਦਾ, ਉਦਾਂ ਟਾਈਮ ਪਾਸ ਨਹੀਂ ਕਰਨਾ, ਮੈਨੂੰ ਖਿਮਾ ਕਰਨਾ। ਆਪਣੇ ਆਪ ਨੂੰ ਸ਼ਾਮਲ ਕਰਕੇ ਮੇਰੀ ਹਮੇਸ਼ਾ ਹੀ ਕੋਸ਼ਿਸ਼ ਹੁੰਦੀ ਹੈ ਕਿ ਜੇ ਕਥਾ ਕਹਾਣੀ ਕੋਈ ਸੁਣੀ ਸੁਣਾਈ ਵੀ ਗਈ ਹੈ ਤੇ ਉਹਦੇ ਵਿੱਚੋਂ ਮੇਰੇ ਵਾਸਤੇ, ਮੇਰੇ ਸਵਾਸਾਂ ਦੇ ਭਲੇ ਵਾਸਤੇ, ਤੁਹਾਡੇ ਸਵਾਸਾਂ ਦੇ ਭਲੇ ਵਾਸਤੇ ਕੀ ਹੈ ਜਿਹੜਾ ਅਸੀਂ ਇੱਥੋਂ ਲੈ ਕੇ ਜਾਣਾ। ਤੇ ਇਹਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਕੀ ਸਿਰਫ ਕਰਮ ਕਾਂਡ ਹੀ ਹੈ? ਕਮਾਈ ਦਾ ਧਿਆਨ ਕਦੋਂ ਧਰਾਂਗੇ ਅਸੀਂ? ਗੁਰੂ ਸਾਹਿਬ ਨੇ ਇੱਕ ਬਚਨ ਕੀਤਾ ਬਾਣੀ ਦੇ ਵਿੱਚ, ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ, ਜੀ ਦਾਨ ਦੇ ਭਗਤੀ ਲਾਇਨ, ਹਰਸਿਓ ਲੈਨ ਮਿਲਾਏ। ਤੇ ਅੱਜ ਮੈਂ ਜੇ ਭਗਤਾਂ ਦੀ ਯਾਦ ਵਿੱਚ ਜੁੜ ਬੈਠਾ, ਕਿੰਨੀ ਵਾਰੀ ਇੱਥੇ ਬੈਠਾ। ਤੇ ਜਿਹੜਾ ਬਾਣੀ ਦੇ ਵਿੱਚ ਮਹਾਰਾਜ ਨੇ ਆਖਿਆ ਕਿ ਉਹ ਇੱਥੇ ਜਨਮ ਮਰਨ ਦੇ ਗੇੜ ਵਿੱਚ ਸਾਡੇ ਵਾਂਗ ਨਹੀਂ ਆਉਂਦੇ। ਜਨਮ ਮਰਨ ਦਾ ਗੇੜ ਤੇ ਮੁਕਾ ਲਿਆ ਉਹਨਾਂ ਨੇ। ਹੁਣ ਉਹਨਾਂ ਦੀ ਇੱਥੇ ਆਉਣ ਦੀ ਸੇਵਾ ਇੱਕ ਖਾਸ ਮਕਸਦ ਨੂੰ ਲੈ ਕੇ ਲੱਗੀ ਹੈ। ਅਸੀਂ ਆਪਣੇ ਕਰਮਾਂ ਦੇ ਕਰਕੇ ਜਿਹੜੇ ਸਾਡੇ ਜੀਵਨ ਦੇ ਵਾਹਿਗੁਰੂ ਨਾਲੋਂ ਵਿਛੋੜੇ ਦੇ ਕਰਮ ਕੀਤੇ ਹੋਏ ਆ, ਉਹਨਾਂ ਦੇ ਨਤੀਜਿਆਂ ਵਜੋਂ ਅਸੀਂ ਇੱਥੇ ਆਏ ਹਾਂ। ਕਿਉਂਕਿ ਅਸੀਂ ਵਿਛੋੜੇ ਨੂੰ ਮਿਲਾਪ ਵਿੱਚ ਨਹੀਂ ਬਦਲ ਸਕੇ ਹਾਂ। ਇਸ ਕਰਕੇ ਵਾਹਿਗੁਰੂ ਜੀ ਨੇ ਆਖਿਆ ਮੈਂ ਨਹੀਂ ਅਜੇ ਗੱਲ ਨਹੀਂ ਬਣੀ, ਚਲੋ ਵਾਪਸ। ਜਿੰਨਾ ਚਿਰ ਤੱਕ ਤੁਸੀਂ ਮੈਨੂੰ ਮਿਲ ਕੇ ਨਹੀਂ ਦਿਖਾਉਂਦੇ, ਆਪਣੇ ਜੋਤ ਸਰੂਪ ਹੋਣ ਦਾ ਅਹਿਸਾਸ ਕਰਕੇ, सूरज किरण मेले जल का जल हुआ राम, ज्योति जोत रली संपूर्ण थी राम ਦਾ ਸੱਚ ਆਪਣੇ ਜੀਵਨ ਵਿੱਚ ਪ੍ਰਗਟ ਕਰਕੇ ਨਹੀਂ ਦਿਖਾਉਂਦੇ, ਉਹਨਾਂ ਚਿਰ ਤੱਕ ਚੱਲੀ ਚੱਲੋ। ਤਾਂ ਸਾਹਿਬ ਨੇ ਆਖਿਆ ਗੋਬਿੰਦ ਮਿਲਨ ਕੀਏ ਤੇਰੀ ਬਰੀਆ, ਮਿਲ ਕੇ ਦਿਖਾਓ। ਮਹਾਰਾਜ ਕਹਿੰਦੇ ਜਿਸ ਗੋਬਿੰਦ ਨੇ ਤੁਹਾਨੂੰ ਆਪਣੇ ਨਾਲੋਂ ਵਿਛੋੜ ਕੇ ਇੱਥੇ ਭੇਜਿਆ, ਉਹਨੂੰ ਮਿਲ ਕੇ ਦਿਖਾਓ। ਇਹ ਤੁਹਾਡੇ ਜੀਵਨ ਦਾ ਮਕਸਦ ਹੈ। ਜੇ ਇਹ ਮਕਸਦ ਤੁਸੀਂ ਨਹੀਂ ਪੂਰਾ ਕੀਤਾ ਤਾਂ ਫਿਰ ਚਲੋ, ਅਜੇ ਫਿਰ ਦੁਬਾਰਾ ਚਲੋ। ਇਹਨੂੰ ਆਵਾਗਾਉਣ ਆਖਿਆ। ਪਰ ਭਗਤ ਜਿਹੜੇ ਨੇ ਉਹ ਇਸ ਆਵਾਗਾਉਣ 'ਚ ਨਹੀਂ ਆਉਂਦੇ। ਭਗਤ ਕਬੀਰ ਜੀ ਜਦੋਂ ਇਹ ਕਹਿੰਦੇ ਹੈ, ਬਹੁਰ ਹਮ ਕਾਹੇ ਆਵਾਂਗੇ, ਮੈਂ ਨਹੀਂ ਆਉਣਾ ਬਾਰ ਬਾਰ, ਨਾ ਮੈਂ ਮਰਨਾ। अब कैसे मरो, मरण मन मान्या, मर मर जाते जिनी राम ना जानिया, मैं नहीं मर सकता। पर जे मैनू भेजिया गया है तां गुरुदेव दे बचना अनुसार जन परोपकारी आए, जम्मे नहीं। याद रखिए बाणी दे विच ये जिहड़े शब्द वरते गए ने महापुरखां ब्रह्म ज्ञानियां वास्ते, सतगुरु साहिबान वास्ते, ये एवें भावुक होके नहीं वरते। कोई कविता दा ये कोई तुकांत नहीं है। जन्मे लफ्ज वरतिया जा सकता सी, नहीं। आए वाहिगुरु जी दे भेजे आए, पर एक खास मकसद है। जी दान दे भगती लाइन, सानू विछड़िया होया मरण हाका जिहड़ा जीवन बतीत कर रहे हैं, असीं मरूं मरूं करके जीवन बतीत कर रहे हैं। चिंतावां नाल भरिया होया, डर सहम नाल भरिया होया, कलेशां नाल भरिया होया, भटकना बेचैनी विच,
ਸਾਡੀ ਜ਼ਿੰਦਗੀ ਵਿੱਚੋਂ ਰਸ ਗੁਆਚਿਆ ਹੋਇਆ। ਉਸ ਰਸ ਨਾਲ ਸਾਡੀ ਪਹਿਚਾਣ ਬਣਾਉਣ ਵਾਸਤੇ, ਉਸ ਰਸ ਦੇ ਸਾਨੂੰ ਅਧਿਕਾਰੀ ਬਣਾਉਣ ਵਾਸਤੇ, ਸਾਡੇ ਜੀਵਨ ਦੀ ਨੀਰਸਤਾ ਨੂੰ ਆਨੰਦਮਈ ਮਸਤੀ ਦੇ ਵਿੱਚ ਲੈ ਕੇ ਜਾਣ ਵਾਸਤੇ ਉਹ ਆਏ। ਜੀਵਨ ਤਾਂ ਅੱਜ ਮੈਂ ਕਹੀ ਜਾਂਦਾ, ਸੁਣਾਓ ਜੀ ਕੀ ਹਾਲ ਹੈ? ਬੜੀ ਚੜ੍ਹਦੀ ਕਲਾ ਜੀ ਹੈ ਨਹੀਂ? ਇਹ ਸੱਚ ਨਹੀਂ ਹੈ? ਇਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ। ਸਾਰਾ ਦਿਨ ਸਾਡੇ ਜੀਵਨ ਦੇ ਕੀ ਚੱਲਦਾ? ਟਿਕਾਓ ਕਿੱਥੇ ਹੈ? ਇਕਾਗਰਤਾ ਕਿੱਥੇ ਹੈ? ਕਦੀ ਉਹਦੀ ਚੁਗਲੀ, ਕਦੀ ਉਹਦੀ ਨਿੰਦਿਆ, ਕਦੀ ਉਹਦੇ ਨਾਲ, ਉਹਦੇ ਨਾਲ। ਘਰ ਦੇ ਵਿੱਚ ਤੂੰ ਪਹਿਲਾਂ ਮੇਰੀ ਗੱਲ ਸੁਣ, ਤੂੰ ਬਾਅਦ ਚ ਪਹਿਲਾਂ ਮੇਰੀ ਗੱਲ ਸੁਣ। ਤੈਨੂੰ ਮੇਰੀ ਗੱਲ ਕਿਉਂ ਨਹੀਂ ਸੁਣੀ? ਅੱਗੋਂ ਜਿਹੜਾ ਉਹ ਵੀ ਤੇ ਹੀ ਕਦੀ ਪਤਨੀ ਇਹ ਕਹੀ ਜਾਂਦੀ, ਕਦੀ ਪਤੀ ਕਹੀ ਜਾਂਦਾ। ਨਿਆਣੇ ਆਪਣੀ ਜਗ੍ਹਾ ਤੇ ਗਿਲੇ ਸ਼ਿਕਵਿਆਂ ਨਾਲ ਭਰੇ, ਮਾਂ ਪਿਓ ਸਾਡੀ ਗੱਲ ਨਹੀਂ ਸੁਣਦੇ। ਮਾਂ ਪਿਓ ਆਪਣੀ ਜਗ੍ਹਾ ਤੇ ਸ਼ਿਕਵਿਆਂ ਵਿੱਚ ਨੇ ਕਿ ਨਿਆਣੇ ਸਾਡੀ ਗੱਲ ਨਹੀਂ ਸੁਣਦੇ। ਟਿਕਾਓ ਕਿੱਥੇ ਹੈ? ਰਸ ਕਿੱਥੇ ਹੈ? ਸਹਿਜ ਆਤਮਿਕ ਅਡੋਲਤਾ ਕਿੱਥੇ ਹੈ? ਤੇ ਭਗਤ ਦੇ ਜੀਵਨ ਦੇ ਵਿੱਚ ਤੇ ਹਾਲਤ ਇਹ ਹੈ। ਤ੍ਰਿਲੋਚਨ ਜੀ ਤੇ ਨਾਮਦੇਵ ਜੀ ਦੀ ਬਹੁਤ ਪਿਆਰੀ ਦੋਸਤੀ ਹੈ ਆਪਸ ਵਿੱਚ, ਤੇ ਆਪੋ ਆਪਣੇ ਟਿਕਾਣਿਆਂ ਤੇ ਆਪਣੇ ਆਪਣੇ ਕਾਰਜ ਖੇਤਰ ਵਿੱਚ ਨੇ। ਤ੍ਰਿਲੋਚਨ ਜੀ ਆਪਣਾ ਕੰਮ ਕਰਦੇ ਹੈ, ਕਿਰਤ ਕਰਦੇ ਹੈ, ਤੇ ਨਾਮਦੇਵ ਜੀ ਆਪਣੀ ਕਿਰਤ ਕਰਦੇ ਹੈ। ਪਰ ਦੋਨੋਂ ਹੀ ਕਿਰਤ ਤੇ ਕੀਰਤ ਦੇ ਸੁਮੇਲ ਵਿੱਚ ਨੇ। ਸਾਡੇ ਲਈ ਪੂਰਨੇ ਪਏ। ਕਬੀਰ ਜੀ ਨੇ ਦੋਨਾਂ ਦੀ ਮਿੱਤਰਤਾ ਤੇ ਦੋਨਾਂ ਦਾ ਆਪਸੀ ਵਾਹਿਗੁਰੂ ਜੀ ਨਾਲ ਲਿਵਲੀਨਤਾ ਦਾ ਦ੍ਰਿਸ਼ ਖਿੱਚਿਆ ਬਾਣੀ ਦੇ ਵਿੱਚ। ਸਾਡੇ ਵਾਸਤੇ ਤ੍ਰਿਲੋਚਨ ਜੀ ਦੇ ਮਨ ਚ ਆਉਂਦੇ ਵੀ ਚੱਲੀਏ ਅੱਜ ਨਾਮਦੇਵ ਜੀ ਕੋਲ ਚੱਲੀਏ, ਦੇਖੀਏ ਕਿੰਨੇ ਕੁ ਜੁੜੇ ਹੋਏ। ਸੁਣਿਆ ਨਾ ਬਹੁਤ ਵਾਰੀ ਸ਼ਬਦ ਤੁਸੀਂ ਇਹ ਕਿ ਨਾਮਦੇਵ ਜੀ ਦੇ ਕੋਲ ਚੱਲੀਏ, ਆਪਣੇ ਮਿੱਤਰ ਕੋਲ, ਦੇਖੀਏ ਕਿੰਨਾ ਕੁ ਵਾਹਿਗੁਰੂ ਜੀ ਦੀ ਭਗਤੀ ਵਿੱਚ ਲਿਵਲੀਨ ਹੈ। ਤੇ ਜਦੋਂ ਗਏ ਤੇ ਨਾਮਦੇਵ ਜੀ ਉਹ ਸ਼ਿੰਬੇ ਦਾ ਕੰਮ ਕਰਦੇ, ਕੱਪੜਿਆਂ ਤੇ ਠੱਪੇ ਲਾਉਣੇ, ਡਿਜ਼ਾਈਨ ਤਿਆਰ ਕਰਨਾ ਸਾਰੇ, ਤੇ ਉਹ ਲੱਗੇ ਹੋਏ। ਤੇ ਤ੍ਰਿਲੋਚਨ ਜੀ ਆਪਣਾ ਪ੍ਰਸ਼ਨ ਰੱਖਦੇ ਹੈ। ਉਹ ਸਾਡੀਆਂ ਬਿਰਤੀਆਂ ਦਾ ਹੀ ਪ੍ਰਗਟਾਵਾ ਹੈ ਕਿ ਨਾਮਦੇਵ ਮਿੱਤਰਾ, ਦੁਨੀਆ ਤੇ ਤੈਨੂੰ ਭਗਤ ਆਖਦੀ ਹੈ ਕਿ ਤੂੰ ਬਹੁਤ ਵਾਹਿਗੁਰੂ ਜੀ ਦੀ ਭਗਤੀ ਵਿੱਚ ਲਿਵਲੀਨ ਰਹਿਣਾ, ਤੇ ਤੂੰ ਤੇ ਦੁਨੀਆ ਦੇ ਧੰਦਿਆਂ ਵਿੱਚ ਖੱਚਤ ਹੋਇਆ। ਤੇ ਨਾਮਦੇਵ ਜੀ ਕਹਿੰਦੇ, ਮਿੱਤਰਾ ਇਹ ਤੈਨੂੰ ਬਾਹਰੋਂ ਨਜ਼ਰ ਆਉਂਦਾ, ਅੰਦਰ ਦਾ ਸੱਚ ਕੁਝ ਹੋਰ ਹੈ, ਤੈਨੂੰ ਤੇ ਪਤਾ ਹੈ। ਤੂੰ ਸਿਰਫ ਪੁੱਛਣ ਵਾਸਤੇ ਪੁੱਛ ਰਿਹਾ, ਪਰ ਸਾਨੂੰ ਸਮਝਾਉਣੀ ਹੈ ਨਾ ਗੱਲ ਕਿ ਕਿਰਤ ਤੇ ਕੀਰਤ ਦਾ ਸੁਮੇਲ ਕਿੰਨਾ ਹੈ। ਤੂੰ ਮੇਰੇ ਅੰਦਰ ਨਹੀਂ ਦੇਖ ਰਿਹਾ, ਮੇਰੇ ਅੰਦਰ ਦੀ ਅਵਸਥਾ ਦੇਖ। ਬਾਹਰ ਮੇਰੇ ਹੱਥ ਪੈਰ ਕੰਮ ਕਰਦੇ ਤੈਨੂੰ ਨਜ਼ਰ ਆ ਰਹੇ ਨੇ, ਪਰ ਮੇਰਾ ਮਨ, ਮੇਰੀ ਸੁਰਤੀ ਬਿਰਤੀ ਜਿਹੜੀ ਹੈ ਉਹ ਜੁੜੀ ਹੋਈ ਹੈ। ਨਾਮਾ ਮਾਇਆ ਮੋਹਿਆ ਕਹੈ ਤ੍ਰਿਲੋਚਨ ਮੀਤ। ਤੂੰ ਤੇ ਦੁਨਿਆਵੀ ਮੋਹ ਮਾਇਆ ਵਿੱਚ ਫਸਿਆ ਪਿਆ, ਧੰਦਿਆਂ ਵਿੱਚ ਫਸਿਆ। ਕਾਹੇ ਚੀਪੋ ਛਾਏ ਲੈ ਰਾਮ ਨਾ ਲਾਵੋ ਚੀਤ। ਠੱਪੇ ਲਾਈ ਜਾਣਾ, ਕੱਪੜੇ ਰੰਗੀ ਜਾਣਾ, ਤੇ ਵਾਹਿਗੁਰੂ ਜੀ ਨਾਲ ਨਹੀਂ ਜੁੜੇ। ਤੇ ਨਾਮਦੇਵ ਜੀ ਜਵਾਬ ਦਿੰਦੇ, ਨਾਮਾ ਕਹੈ ਤ੍ਰਿਲੋਚਨਾ ਮੁਕਤੀ ਰਾਮ ਸਮਾਲ। हाथ पांव कर काम सब चीत निरंजन। ये रोल मॉडल है, ये जीवन जुगत है। मेरे कोल ते जपजी साहब का भी पाठ नहीं होंदा, ध्यान किते हो रहा है। इत्थे बैठिया भी मेरा ध्यान किते हो रहा है, कुछ हो रहा है। इहदी व्याख्या की लोड़ नहीं। जे किते जुड़िया होवे ना, तिन्हां दी कमाई का ध्यान करके बोलो जी वाहिगुरू वाला किते अंदर थोड़ा जिहा भी वातावरण बनया होवे, फिर सानू इत्थे जातां पातां ना नजर आउण, फिर इत्थे सानू कपड़े ना दूजियां दे नजर आउण, फिर इत्थे अमीरी गरीबी ना नजर आवे, फिर इत्थे प्रधानगियां सकत्तरियां दीयां लड़ाइयां ना चलन।
ਇੱਥੇ ਸਿੱਖਾਂ ਨੂੰ ਸਿੱਖੀ ਦਾਨ, ਨਾਮਦਾਨ, ਭਰੋਸਾ ਦਾਨ ਮੰਗਦਿਆਂ ਪੱਗੋ ਪੱਗੀ ਨਾ ਹੋਈ ਅਸੀਂ। ਇਹ ਗੋਲਕਾਂ ਦੇ ਪਿੱਛੇ ਅਸੀਂ ਦੁਨੀਆ ਨੂੰ ਤਮਾਸ਼ਾ ਨਾ ਦਿਖਾਈਏ। ਜਿਹੜੀ ਅਰਦਾਸ ਹੈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਉਹ ਕਮਾਈ ਦਾ ਜੇ ਧਿਆਨ ਧਰਿਆ ਹੋਵੇ ਤੇ ਫਿਰ ਸਾਡੇ ਧਿਆਨ ਦੇ ਵਿੱਚ ਇਹ ਹੋਣਾ ਚਾਹੀਦਾ ਕਿ ਅੱਜ ਮੈਂ ਜਾਣਾ ਹੈ, ਸਾਹਿਬ ਜੀ ਨੂੰ ਇਹ ਬੇਨਤੀ ਕਰਨੀ ਹੈ, ਪਾਤਸ਼ਾਹ ਮੇਰੇ ਜਿਹੜੀ ਤੁਸੀਂ ਤੁਕ ਬਖਸ਼ੀ ਹੈ ਨਾ, ਬਚਨ ਬਖਸ਼ਿਆ, ਉਹ ਕਿਤੇ ਮੇਰੀ ਸੁਰਤੀ ਬਿਰਤੀ ਵਿੱਚ ਇਸ ਤਰ੍ਹਾਂ ਟਿਕਾ ਦਿਓ ਕਿ ਮੇਰੇ ਅਮਲ ਵਿੱਚ ਵੀ। ਅੱਜ ਮੈਂ ਜਾ ਕੇ ਸਾਹਿਬ ਜੀ ਨੂੰ ਕਹਿਣਾ, ਕਿਰਪਾ ਕਰਿਓ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਭੀ ਗਤ ਪਾਹੇ। ਮੈਨੂੰ ਇਹ ਆਪਣੇ ਨਾਲੋਂ ਸਾਰੇ ਹੀ ਚੰਗੇ ਲੱਗੇ। ਮੈਂ ਆਪਣੇ ਆਪ ਨੂੰ ਇਹਨਾਂ ਨਾਲੋਂ ਅਗਿਆਨੀ ਸਮਝਾਂ, ਔਗਣਿਆਰਾ ਸਮਝਾਂ। ਇਹਨਾਂ ਨੂੰ ਹੀਣ ਭਾਵਨਾ ਵਿੱਚ ਨਹੀਂ, ਖਿਆਲ ਰੱਖਣਾ, ਹੀਣ ਭਾਵਨਾ ਹੋਰ ਚੀਜ਼ ਹੈ, ਪਰ ਅੰਦਰ ਦੀ ਸੁੱਚੀ ਨਿਮਰਤਾ, ਸੁੱਚਾ ਨਿਮਾਣਾਪਣ, ਨਿਤਾਣਾਪਣ ਉਹ ਹੋਰ ਗੱਲ ਹੈ। ਇਹੀ ਭਗਤ ਦੀ ਨਿਸ਼ਾਨੀ। ਮਾਣ ਹੁੰਦਾ ਹੋਏ ਨਿਮਾਣਾਪਣ, ਸਭ ਕੁਝ ਹੈ ਭਗਤ ਕੋ, ਪਰ ਉਹ ਫਿਰ ਵੀ ਇਹੀ ਕਹਿੰਦੇ ਕਬੀਰ ਸਭ ਤੇ ਹਮ ਮੁਰੇ, ਹਮ ਤਜ ਭਲੋ ਸਭ ਕੋਇ। ਹਾਲਾਂਕਿ ਆਪ ਹੀ ਦੱਸਦੇ ਕਿ ਮੇਰੀ ਅਵਸਥਾ ਇਹ ਬਣ ਚੁੱਕੀ ਹੈ, ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੇ ਪਛਾਣੀ। ਫਿਰ ਵੀ ਕਹਿੰਦੇ ਹੈ ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਇ। ਨਾਲ ਹੀ ਕਹਿੰਦੇ ਜਿਹਨੇ ਐਸਾ ਕਰ ਪੁੱਛਿਆ ਮੀਤ ਹਮਾਰਾ, ਜਿਹਨੂੰ ਏਦਾਂ ਬੁੱਝਣਾ ਆ ਗਿਆ, ਜਿਹਨੂੰ ਏਦਾਂ ਸੋਚਣਾ ਆ ਗਿਆ, ਜਿਹਨੇ ਆਪਣੀ ਮਨੋ ਅਵਸਥਾ ਮਾਣ ਹੁੰਦਾ ਹੋਏ ਨਿਮਾਣਾ ਵਾਲੀ ਬਣਾਉਣੀ ਆ ਗਈ, ਅੰਦਰੋਂ ਇਹ ਗੱਲ ਨਿਕਲੀ, ਉਹ ਤੂੰ ਜਾਣਦਾ ਨਹੀਂ ਮੈਂ ਕੌਣ। ਨਿੱਕੀ ਨਿੱਕੀ ਗੱਲ ਤੇ ਉਹ ਤੂੰ ਜਾਣਦਾ ਨਹੀਂ ਮੈਂ ਕੌਣ ਨਾ। ਰੋਜ਼ ਮੈਂ ਆਪਣੇ ਆਪ ਨੂੰ ਪੁੱਛਾਂ ਮੈਂ ਕੌਣ। ਰੋਜ਼ ਕੁਝ ਘੜੀਆਂ ਮੈਂ ਆਪਣੇ ਆਪ ਨਾਲ ਗੱਲ ਕਰਾਂ, ਸੁਣੋ ਰੇ ਤੂੰ ਕੌਣ, ਕਹਾਂ ਤੇ ਆਏ, ਕਾਦੇ ਵਾਸਤੇ। ਆਪਣੇ ਆਪ ਨਾਲ ਗੱਲਾਂ ਕਰ। ਨਹੀਂ ਸਮਝ ਆਉਂਦੀ ਐ ਗੁਰੂ ਪਿਆਰਿਆਂ ਨਾਲ ਬੈਠ ਕੇ ਮੈਂ ਵਾਹਿਗੁਰੂ ਸਤਿਗੁਰੂ ਨੂੰ ਪੁੱਛਾਂ, ਪਾਤਸ਼ਾਹ ਮੈਨੂੰ ਨਹੀਂ ਸਮਝ ਆਉਂਦੀ ਮੈਂ ਕੌਣ ਆ, ਮੈਂ ਕਾਦੇ ਵਾਸਤੇ ਇੱਥੇ ਆਇਆ, ਮੇਰੇ ਤੇ ਕਿਰਪਾ ਕਰੋ ਦੱਸੋ ਮੈਨੂੰ। ਇਸ ਕਰਕੇ ਸਾਹਿਬ ਨੇ ਆਖਿਆ ਗੁਰਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਭੀ ਗਤ ਪਾਏ। ਇਹ ਸਾਰੇ ਜੁੜ ਬੈਠੇ ਨੇ, ਸਾਰੇ ਮੇਰੇ ਨਾਲੋਂ ਚੰਗੇ, ਸਭ ਜੁੜੇ ਹੋਏ, ਮੈਂ ਵਿਛੜਿਆ ਹੋਇਆ। ਮੇਰੀ ਵਾਰੀ ਕਦੋਂ ਆਉਣੀ ਹੈ ਪਾਤਸ਼ਾਹ। ਮੈਨੂੰ ਕਤਾਰ ਵਿੱਚ ਖੜਨਾ ਕਦੋਂ ਆਏਗਾ। ਸਾਨੂੰ ਅਰਦਾਸ ਕਰਨੀ ਸਿਖਾਏ। ਸਭ ਸੁਹਾਗਣ ਮਾਣੈ ਰਲੀਆਂ, ਇੱਕ ਦੇਵੋ ਰਾਤ ਮੁਰਾਰੀ। ਕਰਮਹੀਣ ਤਨ ਕਰੈ ਬੇਨੰਤੀ, ਕਦ ਨਾਨਕ ਆਵੈ ਵਾਰੀ। ਮੇਰੀ ਵਾਰੀ ਕਦੋਂ ਆਉਣੀ ਹੈ ਪਾਤਸ਼ਾਹ, ਮੈਂ ਕਰਮ ਹੈ। ਇਹ ਸਭ ਸੁਹਾਗਣਾ ਬੈਠੀਆਂ ਇੱਥੇ ਸਤਸੰਗੀਆਂ, ਮੇਰੇ ਤੋਂ ਸਭ ਭਲੀਆਂ ਨੇ, ਸਭ ਜੁੜੀਆਂ ਹੋਈਆਂ, ਮੇਰੀ ਵਾਰੀ ਕਦੋਂ ਆਉਣੀ। ਪਾਤਸ਼ਾਹ ਕਹਿੰਦੇ ਇੱਥੇ ਆ ਕੇ ਜਿੰਨਾ ਚਿਰ ਤੱਕ ਭਗਤ ਵਾਲੀ ਇਹ ਅਵਸਥਾ ਆਪਣੇ ਅੰਦਰ ਦ੍ਰਿੜ ਕਰਨ ਦੀ, ਤੇ ਇਸ ਨੂੰ ਇੱਥੋਂ ਦ੍ਰਿੜ ਕਰਕੇ ਫਿਰ ਸਾਰਾ ਦਿਨ ਇਸ ਪ੍ਰਤੀ ਸੁਚੇਤ ਹੋਣ ਦੀ ਅਵਸਥਾ ਨਹੀਂ ਆਈ, ਉਹਨਾਂ ਚਿਰ ਖੜੋਤ ਨਹੀਂ ਜੇ ਟੁੱਟਣੀ। ਆਵਾਗਾਉਣ ਦਾ ਇਹ ਗੇੜ ਨਹੀਂ ਜੇ ਮੁੱਕਣਾ। ਉਹੋ ਹੀ ਕਾਮ, ਉਹੋ ਹੀ ਕ੍ਰੋਧ, ਉਹੋ ਹੀ ਲੋਭ ਮੋਹ ਹੰਕਾਰ, ਉਹੋ ਹੀ ਈਰਖਾ ਦਵੈਸ਼, ਉਹੋ ਹੀ ਨਿੰਦਿਆ ਚੁਗਲੀ, ਉਹੋ ਹੀ ਤ੍ਰਿਸ਼ਨਾ ਦੀ ਮਾਰ, ਵਿਕਾਰਾਂ ਦਾ ਪ੍ਰਭਾਵ ਪਿਆ ਰਹੇ। ਗੁਰੂਦੇਵ ਕਹਿੰਦੇ ਇੱਥੇ ਬੈਠੇ ਹੋ ਤਾਂ ਇਹ ਅਵਸਥਾ ਤੁਹਾਡੇ ਜੀਵਨ ਵਿੱਚ ਆਉਣੀ ਚਾਹੀਦੀ ਹੈ। ਭਗਤਾਂ ਦੀ ਯਾਦ ਮਨਾਉਂਦੇ ਆ ਮਹਾਰਾਜ ਕਹਿੰਦੇ ਸੱਚ ਤਾਂ ਇਹ ਹੈ, ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿਠਿਆਂ, ਮਨ ਕੀ ਕੱਟੀਐ ਮੈਲ, ਸਾਧ ਸੰਗ ਉੱਠਿਆ। ਇੱਥੇ ਆ ਗੁਰੂ ਪਿਆਰਿਆਂ ਦੀ ਸੰਗਤ ਵਿੱਚ ਬੈਠੇ ਆ, ਮੇਰੀ ਕੁਝ ਨਾ ਕੁਝ ਤੇ ਮੈਲ ਕੱਟੇ ਨਾ। ਜਨਮਾਂ ਜਨਮਾਂਤਰਾਂ ਦੀ ਇਕੱਠੀ ਕਰੀ ਫਿਰਦਾ, ਡਸਟਬਿਨ ਬਣਾਇਆ ਪਿਆ ਆਪਣੇ ਆਪ ਨੂੰ।
कबीर जी कहते मेरे अंदर तो मैल है नहीं, हुण मुक गई। लोग गंगा ते इशनान करन जाते पवित्र होने लई, बहुते ते गंगा के किनारे कहते घर बना लेंदे आ, तीर्थां ते बना लेंदे घर, रोज चुटियां मारी जाते। खड़ोत नहीं टूट रही। ओहो ही पाप करें पंचां के वसरे, तीर्थ नहाए कहें सब उतरे। बहुत कमावा होए निशान। कबीर जी कहते नाले पाप करी भी जाते हैं, फिर चुभी मार के कहते हैं उतर गए रामदास सरोवर नहाते सब उतरे पाप कमाते, ते फिर शुरू हो जाते हैं। बनया आप कोई फर्क नहीं पै रहा। महाराज कहते अज जिथे हैगे हो ठीक है, अज काम किते बेसंजमा कर रहा है, मैनू किते मेरा क्रोध बेसंजमा कर रहा है, किते मेरा लोभ मैनू खुआरी वाले पासे लैके जा रहा है, हरकाए कुत्ते वाली फिरती। पर यह अज दा सच है। महाराज कहते हैगा, मैं प्रवान करदा हम अवगुण भरे एक गुण ना, अमृत छाड़ बिखे बिखा, ये मेरे जीवन का सच है। पर पातशाह मैं प्रवान करदा ये हैगा। हुण मैं तुहाडे कोल आया, एक उत्तम पंथ सुनियो गुरु संगत, ते मिलंत जम त्रास मिटाई, एक अरदास पाठ कीरत। गुरु रामदास राखो शरनाई। हैगे असी मैल नाल भरे हुए, हम मैल भरे दो चारिया, पर तुहाडे अगे बेनती है राखो अंगी अंग, अपने अंग नाल ला लो, ते अपने वर्गा पवित्र मैनू कर लो, मैनू नहीं आउंदा। महाराज कहते खड़ोत इदां नहीं टुटना, भगतां दी याद बनाउणे आ। भगतां ने इदां अपने जीवन की खड़ोत नूं तोड़िया। कबीर जी की कहते हैं बाणी दे विच, हे मेरे वाहिगुरू मैं पूर्वले जन्मां विच सी तुहाडा सेवक, पर मेरे कोलों ओह जी कमाई नहीं हो सकी जिहदे नाल मेरा विछोड़ा मिलाप च कुछ बदल सकदा। पर हुण मैं इस मौके नूं विछोड़े विच नहीं अजाई गवाउणा चाहुंदा। हुण किरपा कर दिओ, जे उदों नहीं सी होई ते हुण कर दिओ। पूर्व जन्म हम तुमरे सेवक, अब तो मिटिया ना जाए, तेरा द्वारा तुम सहज की, माथा मेरा दगाई। ला दिओ इत्थे निशान अपनी भगती दा, बंदगी दा इत्थे पक्का दाग मेरे ते ला दिओ। मैनू पता है भज जाने असी मनुख कहाउण वाले, भगती दीयां गल्लां करदे करदे तू दीयां गल्लां करदे करदे फिर मैं च फस जाने। चाहिदा ते ए सी कि सफर मैं तो शुरू होया, पर तू करदियां करदियां ए मैं दा तू दे विच सुभाव तब्दील हो जाए। तू करता तू हुआ, मुझ में रहा ना, मेरे अंदर दी हौमा मिट गई। हैगी सी शुरू इत्थों, वाहिगुरू जी ने इत्थों शुरू कीता है जीवन साडा, वाहिगुरू जी ने इत्थों शुरू कीता है, हौमे तो शुरू कीता है। ये बाणी दे विच फैसला सुनाया महाराज ने, जिन रच रचिया पुरख विधाता है, नाले हौमे पाई। ये मैं जेड़ा मैं करदा ना, ये मेरी क्रिएशन नहीं है, ये वाहिगुरू जी ने मेरे अंदर पाई है। ते मेरे अंदर मैं पा के ना, वाहिगुरू जी कहंदे हुण मैं ये हौमे पाई है, मैं विकारां दे बंधन तुहानूं पाए है, इन्हां नूं तोड़ के दिखाओ। ते साडे विच ते भगतां विच फर्क यही है। उन्होंने सतगुरु नाल अपने आप को समर्पित करके जोड़ लिया। ये सतगुरु कोलों बार बार पूछया, पातशाह ਇਹ ਜਿਹੜਾ ਤੁਸੀਂ ਕਹਿੰਦੇ ਹੋ ਵੀ ਵਾਹਿਗੁਰੂ ਜੀ ਨੇ ਤੁਹਾਨੂੰ ਇਹ ਵਿਕਾਰਾਂ ਦੇ ਬੰਧਨ ਪਾਏ ਨੇ, ਮੋਹ ਦੇ ਬੰਧਨ ਪਾਏ ਨੇ, ਮੋਹ ਮਿੱਠਾ ਲਾਇਆ ਹੈ, ਲਾਇਆ ਵਾਹਿਗੁਰੂ ਜੀ ਨੇ ਲਾਇਆ ਹੈ, ਮੇਰੀ नहीं है किरत, मैं अपने अंदर मोह नहीं पैदा किया, ये हौमा मेरी नहीं है। तुसी कहने हो कि ये वाहिगुरू जी ने तेरे अंदर पईया कुर्बान किया, तिसै बिट्टों जिन मोह मीठा लाया, ये लाता है। नाल ही तुसी मैनू कहने हो कि ये दूर करके दिखाओ, मैनू ते जांच नहीं हैगी। तुहाडे कोल इसे करके आया भी ये कर दिओ किरपा मेरे ते। महाराज कहंदे हो जांदा है, जे मेरे कोल आए हो तो फिर जे चाहुंदे हो ये बंधन कट जाण।
ਕੱਟੇ ਜਾਂਦੇ ਆ। ਜਨਮ ਮਰਨ ਭਉ ਕੱਟੀਐ ਜਨ ਕਾ ਸ਼ਬਦ ਜਪ, ਬੰਧਨ ਖੋਲਨ ਸੰਤ ਦੂਤ ਸਭ ਜਾਹ ਛਪ। ਅਲੋਪ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਵਿਕਾਰਾਂ ਰੂਪੀ ਦੂਤ ਤੁਹਾਡੇ ਜੀਵਨ ਵਿੱਚੋਂ ਨਿਕਲ ਜਾਂਦੇ ਆ, ਅਲੋਪ ਹੋ ਜਾਂਦੇ ਆ ਤੇ ਬੰਧਨ ਖੋਲ ਦਿੰਦੇ ਨੇ ਇਹ ਵਾਹਿਗੁਰੂ ਦੇ ਪਿਆਰੇ, ਜਦੋਂ ਇਹਨਾਂ ਨੂੰ ਸਮਰਪਿਤ ਹੋ ਕੇ ਇਹਨਾਂ ਦੀ ਸੰਗਤ ਕਰੋਗੇ। ਤੇ ਭਗਤ ਜੀ ਕਹਿੰਦੇ ਮੈਂ ਕਰ ਲਿਆ ਇਹ। ਵਾਹਿਗੁਰੂ ਜੀ ਨਾਲ ਗੱਲਾਂ ਕਰਦੇ ਆ, ਸਮਾਧ ਰਚਾਉਂਦੇ ਆ। ਇਹ ਵਾਹਿਗੁਰੂ ਤੁਸੀਂ ਪਾਏ ਸੀ ਨਾ ਇਹ ਮੋਹ ਮਾਇਆ ਦੇ ਬੰਧਨ, ਤੇ ਮੈਨੂੰ ਆਖਿਆ ਸੀ ਵੀ ਕੱਟ ਕੇ ਦਿਖਾਏ ਬੰਧਨ, ਮੁਕਤ ਹੋ ਕੇ ਦਿਖਾਏ ਨਾ ਵਿਕਾਰਾਂ ਦੇ ਬੰਧਨਾਂ ਤੋਂ, ਤੇ ਮੈਂ ਕਰ ਲਿਆ। ਤੇ ਕੀਤਾ ਕਿਵੇਂ? ਤੁਹਾਡੀ ਪਿਆਰ ਯਾਦ ਵਿੱਚ ਜੁੜ ਕੇ, ਤੁਹਾਡੇ ਨਾਲ ਪਿਆਰ ਕਰਕੇ, ਸੁਰਤੀ ਦਾ ਪਿਆਰ, ਹਿਰਦੇ ਦਾ ਪਿਆਰ, ਇਹ ਮੈਂ ਤੁਹਾਡੇ ਨਾਲ ਰਿਸ਼ਤਾ ਬਣਾਇਆ ਅੰਦਰ ਦੇ ਪਿਆਰ ਦਾ। ਤੇ ਹੋਇਆ ਕਿ ਮੇਰੇ ਪਿਆਰ ਦੇ ਵਿੱਚ ਤੁਹਾਡੀ ਬਖਸ਼ਿਸ਼ ਨਾਲ ਜਿਹੜਾ ਮੈਨੂੰ ਅੰਦਰ ਸੁਰਤੀ ਦਾ ਪਿਆਰ ਮਿਲਿਆ, ਸਤਿਗੁਰੂ ਦੀ ਅਗਵਾਈ ਵਿੱਚ ਜਿਹੜਾ ਮੈਨੂੰ ਸੁਰਤੀ ਦਾ ਹਿਰਦੇ ਦਾ ਪਿਆਰ ਮਿਲਿਆ, ਪਿਆਰ ਯਾਦ ਮਿਲੀ, ਉਹਦੇ ਨਾਲ ਤੁਹਾਡੇ ਪਾਏ ਹੋਏ ਬੰਧਨ ਤੇ ਮੈਂ ਕੱਟਤੇ। ਹੁਣ ਵਾਹਿਗੁਰੂ ਜੀ ਮੈਂ ਤੁਹਾਡੇ ਅੱਗੇ ਆਖਦਾ ਬੇਨਤੀ, ਮੇਰੇ ਪਾਏ ਹੋਏ ਪਿਆਰ ਦੇ ਬੰਧਨ ਤੁਸੀਂ ਕੱਟ ਕੇ ਦਿਖਾਓ। ਇਹੀ ਬਚਨ ਹੈ ਨਾ ਜੀ। ਜਉ ਹਮ ਬਾਂਧੇ ਮੋਹ ਫਾਸ, ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ। ਵਾਹਿਗੁਰੂ ਜੀ ਨੂੰ ਕਹਿੰਦੇ ਭਗਤ ਜੀ, ਵਾਹਿਗੁਰੂ ਜੀ ਨੂੰ ਕਹਿ ਰਹੇ ਨੇ ਆਪਣੇ ਛੂਟਣ ਕੋ ਯਤਨ ਕਰੋ, ਹਮ ਛੂਟੇ ਤੁਮ ਆਰਾਧੇ। ਵਾਹਿਗੁਰੂ ਜੀ ਤੁਸੀਂ ਸਾਨੂੰ ਇਹ ਵਿਕਾਰਾਂ ਦੇ ਬੰਧਨ ਪਾ ਕੇ ਵਿਛੋੜਿਆ ਸੀ ਆਪਣੇ, ਤੇ ਨਾਲ ਮੇਰੇ ਸਾਹਮਣੇ ਰੱਖਿਆ ਸੀ ਨਿਸ਼ਾਨਾ ਕਿ ਇਹਨਾਂ ਵਿਕਾਰਾਂ ਦੇ ਬੰਧਨਾਂ ਤੋਂ ਆਪਣੇ ਆਪ ਨੂੰ ਮੁਕਤ ਕਰਕੇ ਮੈਨੂੰ ਮਿਲ ਕੇ ਦਿਖਾਓ। ਤੇ ਆ ਪਿਆ ਨਤੀਜਾ, ਹਮ ਛੂਟੇ ਤੁਮ ਆਰਾਧੇ। ਤੁਹਾਨੂੰ ਆਰਾਧ ਕੇ, ਤੁਹਾਨੂੰ ਯਾਦ ਕਰ ਕਰਕੇ, ਤੁਹਾਡੇ ਸਿਮਰਨ ਵਿੱਚ ਜੁੜ ਜੁੜ ਕੇ ਮੈਂ ਤੁਹਾਡੇ ਮੋਹ ਮਾਇਆ ਦੇ ਬੰਧਨ ਕੱਟ ਦਿੱਤੇ। ਹੁਣ ਮੇਰੇ ਪਿਆਰ ਦਾ ਬੰਧਨ ਤੁਸੀਂ ਕੱਟ ਕੇ ਦਿਖਾਓ। ਤੇ ਵਾਹਿਗੁਰੂ ਜੀ ਕਹਿੰਦੇ ਨਾ, ਇਹ ਨਹੀਂ ਹੋ ਸਕਦਾ ਮੇਰੇ ਕੋਲ। ਮੇਰੀ ਬਾਂਧੀ ਭਗਤ ਛੁਡਾਵੇ, ਬੰਧ ਹੈ ਭਗਤ ਨਾ ਛੂਟੈ ਮੋਹ। एक समय मोह को गए बंद है, तो फिर मोह पे जवाब ना होए। वाहिगुरु जी कह रहे हैं मैं मोह माया के बंधन पाए सीगे, मेरे प्यारियां ने मैनू याद कर करके अपने वर्ग, मेरे वर्गा अपने आप नू बना लिया। विकार पिछे रह गए, दूत सब जाहे छप। वाहिगुरु जी नू की चंगा लगता है, ਇਹਦੇ ਵੱਲ ਧਿਆਨ ਹਰ ਘੜੀ ਹਰ ਪਲ। ਮੇਰੇ ਵਾਹਿਗੁਰੂ ਜੀ ਨੂੰ ਕੀ ਚੰਗਾ ਲੱਗਦਾ ਹੈ, ਮੇਰੇ ਵਾਹਿਗੁਰੂ ਜੀ ਦੀ ਰਜ਼ਾ ਕੀ ਹੈ, ਉਸ ਨੂੰ ਮੰਨਣ ਵਿੱਚ ਮੇਰਾ ਮਨ ਮੰਨਦਾ ਕਿ ਨਹੀਂ ਮੰਨਦਾ। ਨਹੀਂ, ਮੈਂ ਆਪਣੇ ਸਤਿਗੁਰੂ ਦੀ ਅਗਵਾਈ ਵਿੱਚ ਪੱਲਾ ਨਹੀਂ ਛੱਡਣਾ। ਸਾਹਿਬ ਜੀ ਕਹਿੰਦੇ ਨਤੀਜੇ ਤੇ ਨਿਕਲਦੇ ਨੇ। ਬਹੁਰ ਹਮ ਕਾਹੇ ਆਵਾਂਗੇ, आवन जाना हुक्म तिसै का, हुक्म बुझ समावेंगे। मैं उस दा हुक्म बुझ लिया। वाहिगुरु जी नूं की चंगा लगदा है। गुरु नानक साहब दा बचन यही पढ़दे हैं ना जी रोज, नानक हुक्म जे बुझै तां हौमै कहे ना कोई। फिर मैं दी बिरती निकल जाती है, फिर मैं नाही प्रभ सब कुछ तेरा, सब कुछ तेरा, सब कुछ तेरा। फिर तुसीं दुकान ते बैठे हो ਜਾਂ ਤੁਸੀਂ ਨੌਕਰੀ ਕਰ ਰਹੇ ਹੋ, ਤੁਸੀਂ ਖੇਤੀਬਾੜੀ ਕਰ ਰਹੇ ਹੋ, ਤੁਸੀਂ ਰਸੋਈ ਦੇ ਵਿੱਚ ਆਟਾ ਗੁੰਨ ਰਹੇ ਹੋ, ਲੰਗਰ ਪਕਾ ਰਹੇ ਹੋ, ਕੀ ਕਰ ਰਹੇ ਹੋ, ਕੱਪੜੇ ਧੋ ਰਹੇ ਹੋ, ਉੱਥੇ ਫਿਰ ਮੈਂ ਨਹੀਂ ਪ੍ਰਭ ਸਭ ਕੁਝ ਤੇਰਾ, ਸਭ ਕੁਝ ਤੇਰਾ, ਸਭ ਕੁਝ ਤੇਰਾ। ਇਹ ਸਭ ਕੁਝ ਤੇਰਾ ਜਦੋਂ ਅੰਦਰ ਸੁਰਤੀ ਆ ਜਾਏ ਨਾ, ਫਿਰ ਮਹਾਰਾਜ ਕਹਿੰਦੇ ਸਭ ਕੋ ਤੇਰਾ ਤੂੰ ਸਭਨਾ ਕਾ, ਹਾਂ ਤੇਰਾ ਤੂੰ ਹਮਾਰਾ, ਹਾਂ ਤੇਰਾ ਤੂੰ ਹਮਾਰਾ। ਮੈਂ ਤੁਹਾਡਾ ਤੁਸੀਂ ਮੇਰੇ ਹੋ, ਮੈਂ ਤੁਹਾਡਾ ਤੁਸੀਂ ਮੇਰੇ ਹੋ। ਫਿਰ ਮਹਾਰਾਜ ਕਹਿੰਦੇ ਤੀਸਰਾ ਰਹਿੰਦਾ ਹੀ ਕੋਈ। ਦੁਨੀਆ ਮਨਫੀ ਹੋ ਗਈ ਵਿੱਚੋਂ, ਦੁਨੀਆ ਮਨਫੀ ਹੋਈ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਟਾਰ। ਲੋਕਨ ਕੀ ਚਤੁਰਾਈ ਉਪਮਾ ਤੇ ਬੈਸੰਤਰ ਜਾਰ। ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਟਾਰ। ਇੱਥੇ ਫਿਰ ਆ ਜਿਹੜੇ ਦੁਨੀਆ ਦੇ ਦਿਖਾਵੇ, ਦੁਨੀਆ ਦੀ ਪ੍ਰਵਾਹ, ਲੋਕੀ ਕੀ ਕਹਿਣਗੇ,
ਉਹਨੇ ਮੈਨੂੰ ਇਦਾਂ ਕਹਿਤਾ, ਉਹਨੇ ਮੈਨੂੰ ਇਦਾਂ ਕਹਿਤਾ। ਸਾਰੀ ਜ਼ਿੰਦਗੀ ਮਹਾਰਾਜ ਕਹਿੰਦੇ ਇਸੇ ਹੀ ਖਲਜਗਣ ਵਿੱਚ ਦੁਨੀਆ ਨਾਲ ਹੀ ਜੁੜੇ ਰਹਿੰਦੇ ਹਾਂ। ਇੱਥੇ ਆ ਕੇ ਵੀ ਦੁਨੀਆ ਨਾਲੋਂ ਟੁੱਟਦੇ ਨਹੀਂ, ਸਤਿਗੁਰੂ ਨਾਲ ਨਹੀਂ ਜੁੜਦੇ, ਸਤਿਗੁਰੂ ਦੀ ਮੱਤ ਨਾਲ ਨਹੀਂ ਜੁੜਦੇ। ਭਗਤ ਦੇ ਵਿੱਚ ਤੇ ਸੰਸਾਰੀ ਵਿੱਚ ਇਹੀ ਫਰਕ ਹੈ। ਤਾਂ ਮਹਾਰਾਜ ਕਹਿੰਦੇ ਹੈ ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਸੰਸਾਰੀਆਂ ਦੀ ਬਿਰਤੀ ਜਿਹੜੀ ਹੈ ਉੱਥੇ ਕਾਮ ਕਦੀ ਉਹਨੂੰ ਬੇਸੰਜਮਾ ਕਰ ਦਿੰਦਾ, ਕਦੀ ਕ੍ਰੋਧ ਉਹਨੂੰ ਭਟਕਾ ਕੇ ਕਲਾ ਕਲੇਸ਼ ਵਿੱਚ ਲੈ ਜਾਂਦਾ, ਕਦੀ ਆਪਣੇ ਰੁੱਖੇ ਬੋਲਾਂ ਨਾਲ ਮੈਂ ਦੂਜਿਆਂ ਨੂੰ ਦੁਖੀ ਕਰਦਾ, ਦੂਜਿਆਂ ਦੇ ਰੁੱਖੇ ਬੋਲ ਮੈਨੂੰ ਦੁਖੀ ਕਰਦੇ ਹੈ, ਕਦੀ ਮੋਹ ਦੀਆਂ ਤੰਦਾਂ ਵਿੱਚ ਫਸਿਆ, ਆ ਮੇਰਾ ਆਪਣਾ, ਇਹ ਬੇਗਾਨਾ। ਤੇ ਇਸ ਲੋਭ ਲਾਲਚ ਦੇ ਵਿੱਚ ਮੈਨੂੰ ਗੁਰੂ ਨਹੀਂ ਨਜ਼ਰ ਆਉਂਦਾ, ਪ੍ਰੀਤੀ ਚੰਦ ਦੀ ਬਿਰਤੀ ਵਿੱਚ ਮੈਨੂੰ ਆਹ ਨਜ਼ਰ ਆਉਂਦੀ ਹੈ। ਗੁਰੂ ਅਰਜਨ ਪਾਤਸ਼ਾਹ ਹਜ਼ੂਰ ਦੀ ਬਿਰਤੀ ਤੇ ਪ੍ਰੀਤੀ ਚੰਦ ਦੀ ਬਿਰਤੀ 'ਚ ਆਹੀ ਫਰਕ ਹੈ। ਪ੍ਰੀਤੀ ਚੰਦ ਨੂੰ ਧੰਨ ਗੁਰੂ ਰਾਮਦਾਸ ਗੁਰਦੇਵ ਪਿਤਾ ਨਜ਼ਰ ਨਹੀਂ ਆਉਂਦੇ ਤਖਤ ਤੇ ਬਿਰਾਜਮਾਨ, ਉਹਨਾਂ ਦੇ ਸਾਹਮਣੇ ਪਈ ਹੋਈ ਗੋਲਕ ਧਨ ਪਦਾਰਥ ਤੇ ਉਹਨਾਂ ਦੀ ਹੋ ਰਹੀ ਪੂਜਾ ਮਾਨਤਾ ਨਜ਼ਰ ਆਉਂਦੀ ਹੈ। ਇਹ ਮੇਰੇ ਕਬਜ਼ੇ 'ਚ ਕਿਵੇਂ ਹੋ ਜਾਵੇ, ਮੇਰੀ ਪੂਜਾ ਮਾਨਤਾ ਕਿਵੇਂ ਹੋ? ਤੇ ਗੁਰੂ ਅਰਜਨ ਪਾਤਸ਼ਾਹ ਕੀ ਕਹੇ, ਮੇਰਾ ਮਨ ਲੋਚੈ ਗੁਰਦਰਸ਼ਨ ਥਾਈ, ਬਿਲਪ ਕਰੇ ਚਾਤਰਿਕ ਕੀ ਨਹੀਂ ਆਈ। ਇਹ ਫਰਕ ਹੈ ਗੁਰੂ ਪਿਆਰਿਓ ਭਗਤ ਦਾ। ਇਸ ਕਰਕੇ ਗੁਰੂਦੇਵ ਜੀ ਕੀ ਕਹਿੰਦੇ ਹੈ, ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਔਖਾ ਹੈ। ਭਗਤੀ ਦਾ ਮਾਰਗ ਮਹਾਰਾਜ ਕਹਿੰਦੇ ਗੱਲਾਂ ਨਾਲ। ਇਸੇ ਕਰਕੇ ਗੁਰੂ ਅਰਜਨ ਪਾਤਸ਼ਾਹ ਦਾ ਬੜਾ ਵਿਸਮਾਦੀ ਬਚਨ ਹੈ, ਭਗਤ ਭਗਤਨ ਹੂੰ ਬਨ ਆਈ। ਇਹ ਭਗਤੀ ਦੀਆਂ ਗੱਲਾਂ ਕਰ ਲੈਣੀਆਂ ਤੇ ਭਗਤੀ ਦੇ ਵਿੱਚ ਸੁਰਤੀ ਬਿਰਤੀ ਜੋੜ ਕੇ ਫਿਰ ਉਸ ਭਗਤੀ ਅਨੁਸਾਰ ਕਿਹੜੇ ਵੀ ਕਾਰਜ ਖੇਤਰ ਵਿੱਚੋਂ ਵਿਚਰਨਾ। ਇੱਕ ਦੁਨੀਆਦਾਰ ਔਰਤ ਵਿੱਚ ਤੇ ਬੀਬੀ ਅਮਰੋ ਜੀ ਵਿੱਚ ਇਹੀ ਫਰਕ ਹੈ। ਬੀਬੀ ਅਮਰੋ ਜੀ ਭਗਤੀ ਦਾ ਮੁਜੱਸਮਾ, ਉਹ ਗੁਰੂ ਪੁੱਤਰੀ ਨੇ, ਜ਼ਰੂਰ ਗੁਰੂ ਪੁੱਤਰੀ ਨੇ, ਪਰ ਉਸ ਗੁਰੂ ਪੁੱਤਰੀ ਦਾ ਰਿਸ਼ਤਾ ਜਿਹੜਾ ਉਹ ਦੁਨਿਆਵੀ ਰਿਸ਼ਤਾ ਨਹੀਂ ਹੈ। ਉੱਥੇ ਗੁਰੂ ਦੇ ਨਾਲ ਸਿੱਖ ਰੂਪ ਵਿੱਚ ਰਿਸ਼ਤਾ ਵੀ ਬੀਬੀ ਅਮਰੋ ਜੀ ਨੇ ਬਣਾਇਆ, ਗੁਰੂ ਅੰਗਦ ਦੇਵ ਪਾਤਸ਼ਾਹ ਦੀ ਪੁੱਤਰੀ ਨੇ, ਪਰ ਉਹ ਸਿੱਖ ਪੁੱਤਰੀ ਨੇ, ਸੇਵਕ ਪੁੱਤਰੀ ਨੇ। ਇਸ ਕਰਕੇ ਗੁਰੂ ਅੰਗਦ ਦੇਵ ਪਾਤਸ਼ਾਹ ਨੇ ਜਦੋਂ ਆਨੰਦ ਕਾਰਜ ਤੋਂ ਬਾਅਦ ਤੋਰਿਆ ਨਾ ਤੇ ਆਖਿਆ, ਬੇਟਾ ਸਹੁਰੇ ਘਰ ਜਾ ਕੇ ਗੁਰੂ ਨਾਨਕ ਸਾਹਿਬ ਦੀ ਬਾਣੀ ਦਾ ਪੱਲਾ ਨਾ ਛੱਡਿਓ, ਸ਼ਬਦ ਦਾ ਪੱਲਾ ਨਾ ਛੱਡਿਓ, ਤੇ ਸ਼ਬਦ ਰਾਹੀਂ ਜੀਵਨ ਦਾ ਤੇ ਵਾਹਿਗੁਰੂ ਜੀ ਦੀ ਯਾਦ ਨਾ ਭੁਲਾਇਓ। ਬੇਟਾ ਤੁਹਾਡਾ ਭਲਾ ਹੋਏਗਾ ਤੇ ਜੇ ਇਸ ਸ਼ਬਦ ਦੇ ਪਹਿਰੇ ਵਿੱਚ ਸਹੁਰੇ ਘਰ ਵਿੱਚ ਵਿਚਰੋਗੇ ਹੋਰਾਂ ਦਾ ਵੀ ਭਲਾ ਹੋਏਗਾ। ਤੇ ਹੋਇਆ। ਬਾਬਾ ਅਮਰਦਾਸ ਜੀ 60 ਸਾਲ ਦੀ ਉਮਰ ਵਿੱਚ ਇੱਧਰ ਉੱਧਰ ਫਿਰਦੇ ਫਿਰਾਉਂਦੇ ਬੀਬੀ ਅਮਰੋ ਜੀ ਦੇ ਮੁਖ ਤੋਂ ਉਚਾਰਨ ਹੋ ਰਿਹਾ ਸ਼ਬਦ, ਜਦੋਂ ਕੰਮ ਕਾਜ ਕਰ ਰਹੇ ਨੇ ਘਰ ਦੇ ਵਿੱਚ ਸਹੁਰੇ ਘਰ 'ਚ, ਤੇ ਸ਼ਬਦ ਚੱਲ ਰਿਹਾ ਮੁਖ ਤੋਂ, ਤਾਂ ਕੋਲੋਂ ਲੰਘਦੇ ਬਾਬਾ ਅਮਰਦਾਸ ਜੀ ਦੇ ਕੰਨੀ ਪਿਆ ਤੇ ਬਸ ਖੇਡ ਵਾਪਰ ਗਈ। ਹੁਣ ਉਹ ਰਿਸ਼ਤਾ ਸਹੁਰੇ ਨੂੰਹ ਵਾਲਾ ਨਹੀਂ ਰਿਹਾ, ਹੁਣ ਉਹ ਰਿਸ਼ਤਾ ਸਤ ਸੰਗੀਆਂ ਵਾਲਾ ਹੋ ਗਿਆ। ਦੁਨਿਆਵੀ ਰਿਸ਼ਤੇ ਆਪਣੀ ਜਗ੍ਹਾ ਦੇ ਉੱਤੇ ਨੇ, ਰੱਖੋ ਨਾਮ, ਇਹ ਮੇਰੀ ਪਤਨੀ ਹੈ, ਮੇਰਾ ਪਤੀ ਹੈ, ਮੇਰਾ ਭਰਾ ਹੈ, ਮੇਰੀ ਭੈਣ ਹੈ, ਮਾਂ ਹੈ, ਪਿਓ ਹੈ, ਆਪੋ ਆਪਣੀ ਜਗ੍ਹਾ ਤੇ ਉਹਨਾਂ ਰਿਸ਼ਤਿਆਂ ਦੀ ਸੰਸਾਰਕ ਪੱਖ ਤੋਂ ਮਹਿਮਾ ਹੋਗੀ। ਪਰ ਮਹਾਰਾਜ ਕਹਿੰਦੇ ਜੇ ਰਿਸ਼ਤਿਆਂ ਨੂੰ ਦੁਨਿਆਵੀ ਗਰਜ਼ਾਂ ਤੱਕ ਸੀਮਤ ਰੱਖੋਗੇ ਤਾਂ ਸੱਚ ਜਾਣਿਓ ਇਹ ਰਿਸ਼ਤੇ ਸਦਾ ਨਹੀਂ ਨਿਭਣਗੇ। ਪੂਰਬ ਜਨਮ ਕੇ ਮਿਲੇ ਸੰਜੋਗੀ ਅੰਤ ਕੋ ਨਾ ਸਹਾਈ। ਪਰ ਜੇ ਕਿਤੇ ਇਹਨਾਂ ਰਿਸ਼ਤਿਆਂ ਨੂੰ ਸਤ ਸੰਗੀ ਰਿਸ਼ਤਾ ਬਣਾ ਕੇ ਮਾਂ ਲੋਈ ਵਾਂਗ ਤੇ ਭਗਤ ਕਬੀਰ ਜੀ ਵਾਂਗ ਕਿਤੇ ਜੋੜੋਗੇ ਨਾ, ਨਿਕਲ ਜਾਣਗੇ ਗਿਲੇ ਸ਼ਿਕਵੇ। ਮਾਂ ਤ੍ਰਿਪਤਾ ਜੀ ਨੂੰ, ਮਹਿਤਾ ਕਾਲਰ ਜੀ ਨੂੰ ਗਿਲੇ ਸ਼ਿਕਵੇ ਸੀ ਨਾ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਤੇ। ਤੈਨੂੰ ਨਹੀਂ ਦੁਨੀਆ 'ਚ ਵਿਚਰਨਾ ਆਉਣਾ, ਤੈਨੂੰ ਅਕਲ ਨਹੀਂ ਆਉਣੀ। ਜਿਹੜੇ ਕੰਮ 'ਚ ਮੈਂ ਪਾਉਣਾ ਉਹੀ ਕੰਮ ਦੇ ਵਿੱਚ ਤੂੰ ਵਿਗਾੜ ਪਾ ਦੇਣਾ। ਪਰ ਇੱਕ ਸਮਾਂ ਆਇਆ
ਜਦੋਂ ਕਰਤਾਰਪੁਰ ਵਸਾਇਆ ਸਾਹਿਬ ਜੀ ਨੇ, ਤੇ ਮਹਿਤਾ ਕਾਲੂ ਜੀ, ਮਾਤਾ ਤ੍ਰਿਪਤਾ ਜੀ ਆਪ ਚੱਲ ਕੇ ਉੱਥੇ ਆ ਕੇ ਗੁਰੂ ਨਾਨਕ ਪਾਤਸ਼ਾਹ ਹਜ਼ੂਰ ਨੂੰ ਬੇਨਤੀ ਕਰ, ਬੇਟਾ ਸੰਸਾਰਕ ਤੌਰ ਤੇ ਅਸੀਂ ਆਪਣੇ ਆਪ ਨੂੰ ਮਾਂ ਪਿਓ ਸਮਝ ਕੇ, ਤੁਹਾਨੂੰ ਆਪਣਾ ਪੁੱਤਰ ਸਮਝ ਕੇ ਹੀ ਰਿਸ਼ਤੇ ਨਿਭਾਉਂਦੇ ਰਹੇ, ਗਿਲਿਆਂ ਸ਼ਿਕਵਿਆਂ ਨਾਲ ਭਰੇ ਰਹੇ, ਪਰ ਅੱਜ ਜਦੋਂ ਜ਼ਿੰਦਗੀ ਦਾ ਆਖਰੀ ਪੜਾਅ ਹੈ, ਹੁਣ ਸਮਝ ਆ ਰਹੀ ਹੈ ਕਿ ਨਹੀਂ, ਇਹਨਾਂ ਦੁਨਿਆਵੀ ਰਿਸ਼ਤਿਆਂ ਤੋਂ ਇਲਾਵਾ ਵੀ ਇੱਕ ਰਿਸ਼ਤਾ ਜਿਹੜਾ ਤੁਹਾਡੇ ਨਾਲ ਅਣਗਿਣਤ ਸੇਵਕਾਂ ਨੇ ਬਣਾਇਆ ਤੇ ਆਨੰਦ ਦੇ ਵਿੱਚ ਨੇ, ਮਸਤੀ ਵਿੱਚ ਨੇ, ਬੇਟਾ ਸਾਨੂੰ ਉਹ ਸਤ ਸੰਗੀ ਰਿਸ਼ਤਾ ਬਣਾਉਣ ਦੀ ਜਾਚ ਸਿਖਾ ਦਿਓ ਆਪਣੇ ਕੋਲ ਰੱਖ ਕੇ। ਤੇ ਫਿਰ 21 ਕੁਲਾਂ ਜਿਹੜੀਆਂ ਪਾਤਸ਼ਾਹ ਬਾਣੀ ਚ ਕਹਿੰਦੇ ਭਗਤਾਂ ਦੀਆਂ ਤਰ ਜਾਂਦੀਆਂ ਨੇ, ਉਹ ਫਿਰ ਭਾਵੇਂ ਮਹਿਤਾ ਕਾਲੂ ਜੀ ਨੇ ਤੇ ਭਾਵੇਂ ਮਾਤਾ ਤ੍ਰਿਪਤਾ ਜੀ ਨੇ ਤੇ ਭਾਵੇਂ ਉਹ ਮਾਂ ਹੈ ਜਿਹੜੀ ਭਗਤ ਕਬੀਰ ਜੀ ਦੇ ਪ੍ਰਤੀ ਸ਼ਿਕਵਿਆਂ ਨਾਲ ਭਰੀ ਪਈ ਹੈ। ਤੈਨੂੰ ਨਹੀਂ ਅਕਲ ਆਈ, ਲੁਟਾਈ ਜਾ ਰਿਹਾ ਘਰ, ਵਾਹਿਗੁਰੂ ਜੀ ਦੇ ਉੱਤੇ ਗਿਲੇ ਸ਼ਿਕਵੇ ਕਰੀ ਜਾਂਦੇ। ਹਮਰੇ ਕੁਲ ਕੌਨੇ ਰਾਮ ਕਹਿਓ, ਜਬ ਕੀ ਮਾਲਾ ਲਈ ਨਿਪੁੱਤੇ, ਤਬ ਤੇ ਸੁਖ ਨਾ ਪਇਓ। ਭਗਤ ਕਬੀਰ ਜੀ ਦੀ ਭਗਤੀ ਉਹਨੂੰ ਸੁਖਦਾਈ ਨਹੀਂ ਲੱਗ ਰਹੀ। ਉਹ ਕਹਿੰਦੇ ਇਸ ਭਗਤੀ ਕਰਕੇ ਘਰ ਦੇ ਵਿੱਚ ਸੁੱਖ ਹੀ ਗਵਾਚ ਗਿਆ। ਮੁਸ ਮੁਸ ਰੋਵੇ ਕਬੀਰ ਕੀ ਮਾਈ, ਇਹ ਬਾਰਕ ਕੈਸੇ ਜੀਵੇਂ ਰਘੁਰਾਈ। ਇਹ ਮੋਦੀਆਂ ਤੰਦਾਂ ਫਿਕਰ ਪਿਆ ਹੋਇਆ, ਪਰ ਸਾਨੂੰ ਵੀ ਇਹੀ ਫਿਕਰ ਨੇ ਮਾਰਿਆ ਹੋਇਆ। ਮੇਰਾ ਕੀ ਬਣੇ, ਬੱਚਿਆਂ ਦਾ ਕੀ ਬਣੇਗਾ ਜੇ ਮੈਨੂੰ ਕੁਝ ਹੋ ਗਿਆ, ਫਲਾਣੇ ਨੂੰ ਕੁਝ ਹੋ ਗਿਆ, ਕੀ ਬਣੇਗਾ, ਮੇਰੇ ਕਾਰੋਬਾਰਾਂ ਦਾ ਕੀ ਬਣੇਗਾ, ਫਲਾਣਾ ਫਲਾਣਾ। ਸਾਰਾ ਸਮਾਂ ਮਹਾਰਾਜ ਕਹਿੰਦੇ ਤੁਸੀਂ ਇਸ ਮੋਹ ਦੀਆਂ ਤੰਦਾਂ ਵਿੱਚ ਆਪਣੇ ਆਪ ਨੂੰ ਬੇਚੈਨ ਭਟਕਣਾ ਵਿੱਚ ਪਾ ਕੇ ਸਹਿਮੇ ਸਹਿਮੇ ਬਤੀਤ ਕਰ ਰਹੇ ਹੋ। ਮਸਤੀ ਕਿੱਥੇ ਹੈ ਤੁਹਾਡੇ ਜੀਵਨ ਚ? ਪੜੀ ਜਾਂਦੇ ਆਨੰਦ ਪਿਆ ਮੇਰੀ ਮਾਏ, ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਕਿੱਥੇ ਪ੍ਰਾਪਤੀ ਹੈ ਸਤਿਗੁਰੂ ਦੀ? ਕਿੱਥੇ ਆਨੰਦ ਪਿਆ? ਨਹੀਂ। ਸਾਹਿਬ ਕਹਿੰਦੇ ਕਮਾਈ ਦਾ ਧਿਆਨ ਧਰ ਕੇ ਜੇ ਫੇਰ ਬੋਲੋ ਜੀ ਵਾਹਿਗੁਰੂ ਕਹੋਗੇ, ਉਹ ਵਾਹਿਗੁਰੂ ਕਿਆ ਸਾਰਥਕ ਹੋਏਗਾ। ਜੇ ਭਗਤਾਂ ਦਾ ਦਿਨ ਮਨਾਉਣਾ ਹੈ ਤੇ ਫਿਰ ਭਗਤਾਂ ਦੇ ਜੀਵਨ ਵਿੱਚੋਂ ਸਾਨੂੰ ਇਹ ਜਿਹੜੀ ਭਗਤੀ ਵਾਲੀ ਨਿਰੰਤਰ ਜਾਗਰਣ ਵਾਲੀ ਅਵਸਥਾ, ਕਬੀਰ ਜੀ ਕੀ ਕਹਿੰਦੇ ਪਏ, ਜਬ ਲਗ ਤਾਗਾ ਬਾਹੋਂ ਬੇਹੀ, ਤਬ ਲਗ ਬਿਸਰੇ ਰਾਮ ਸਨੇਹ। ਮੈਂ ਜਦੋਂ ਕੱਪੜਾ ਬੁਣਨ ਵਾਸਤੇ ਉਹ ਨਲਕੀ ਵਿੱਚ ਧਾਗਾ ਪਾਉਣ ਲਈ ਮੂੰਹ ਚ ਪਾਉਣਾ ਨਾ, ਇਹਨੇ ਨੂੰ ਕਹਿੰਦੇ ਮੇਰੇ ਮੂੰਹੋਂ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਹਿਣਾ ਇਹ ਵਿਸਰ ਜਾਂਦਾ, ਤੇ ਮੈਨੂੰ ਲੱਗਦਾ ਕਲਯੁਗ ਆ ਗਿਆ, ਵਿਛੜ ਗਿਆ। ਉਸ ਵੇਲੇ ਤੜਫਣ ਲੱਗਦਾ। ਇਹੀ ਗੱਲ ਗੁਰੂ ਅਰਜਨ ਪਾਤਸ਼ਾਹ ਕਹਿ ਰਹੇ ਨੇ, ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਹੁਣ ਕਦ ਮਿਲੀ ਹੈ ਪ੍ਰਿਯ ਤੁਧ ਭਗਵੰਤ, ਮੋਹ ਰਹਿਣ ਨਾ ਵਿਆਵੇ, ਨੀਂਦ ਨਾ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਭਗਤਾਂ ਦਾ ਦਿਨ ਮਨਾਉਂਦੇ ਆ, ਮੈਨੂੰ ਇਹ ਤੇ ਚੇਤੇ ਆਵੇ ਨਾ ਮੇਰੀ ਰਹਿਣ ਕਿਵੇਂ ਗੁਜ਼ਰਦੀ ਪਈ ਹੈ, ਰੰਗ ਤਮਾਸ਼ਿਆਂ ਵਿੱਚ, ਦੁਨਿਆਵੀ ਵਾਸ਼ਨਾਵਾਂ ਵਿੱਚ ਮੇਰੀ ਨੀਂਦ ਕਿਦਾਂ ਗੁਆਚਦੀ ਹੈ। ਨਹੀਂ, ਇੱਥੇ ਹੈ ਮਹਾਰਾਜ ਕਹਿੰਦੇ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਵਾਹਿਗੁਰੂ ਵਾਹਿਗੁਰੂ ਕਹਿ ਲੈਣਾ ਤੇ ਔਖਾ ਨਹੀਂ। ਇੱਥੇ ਕੁਝ ਭੇਟਾਵਾਂ ਚੜਾ ਕੇ, ਕੜਾ ਪ੍ਰਸ਼ਾਦ ਬਣਾ ਕੇ, ਲੰਗਰ ਬਣਾ ਕੇ ਛਕ ਲੈਣਾ, ਛਕਾ ਲੈਣਾ, ਇਹ ਔਖਾ ਨਹੀਂ ਹੈਗਾ। ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ, ਬਹੁਤ ਨਹੀਂ ਬੋਲਣਾ, ਇਹ ਬਿਖਮ ਮਾਰਗ ਹੈ। ਆਪਣੇ ਅੰਦਰ ਦੀ ਤ੍ਰਿਸ਼ਨਾਲੂ ਬਿਰਤੀ, ਉਹ ਵੀ ਮੈਨੂੰ ਮਿਲ ਜਾਏ, ਇਹ ਵੀ ਮੈਨੂੰ ਮਿਲ ਜਾਏ, ਉਹ ਵੀ ਮੇਰਾ ਹੋ ਜਾਏ, ਇਹ ਵੀ ਮੇਰਾ ਹੋ ਜਾਏ। ਇਹ ਮੈਂ ਮੇਰਾ, ਮੈਂ ਮੇਰਾ, ਤੂੰ ਤੇਰਾ, ਇਹ ਮੇਰਾ ਇਹ ਤੇਰਾ। ਮਹਾਰਾਜ ਕਹਿੰਦੇ ਇਹਦੇ ਵਿੱਚ ਹੀ ਤੁਸੀਂ ਜਕੜੇ ਪਏ ਹੋ। ਮੇਰਾ ਤੇਰਾ ਜਾਣਤਾ ਤਬ ਹੀ ਤੇ ਬੰਧਾ, ਬੰਧਨਾਂ ਚ ਫਸੇ ਪਏ ਹੋ ਮੇਰ ਤੇਰ ਕਰਕੇ। ਪਰ ਜਿੱਦਣ ਤੁਸੀਂ ਗੁਰੂ ਦੇ ਸ਼ਬਦ ਨਾਲ ਜੁੜੋਗੇ, ਉਦਣ ਤੁਹਾਡੀ ਇਹ ਅਗਿਆਨਤਾ ਕੱਟੀ ਜਾਏਗੀ। ਤਾਂ ਮਹਾਰਾਜ ਕਹਿੰਦੇ
गुर काटी अज्ञानता तब ते छुट के बंदा। जिन्ना चिर तक बंधन ने साहब जी कहते जाली रैन जाल दिन हुआ जेती घड़ी फाही देती। रस रस चोग चोगै नित फासै छूट समूढ़े कवन गुणी चित चेतस की नहीं बावरिया। हर बिसरत तेरे गुण गलिया चित चेतस की नहीं बावरिया। कबीर जी कहते वाहिगुरु जी मेरी बेनती है किते थोड़ी जी भी याद तुहाडी मैनूं विसरदी है ना, ऐदां लगदा जिवें आरे नाल चीरिया जा रहा है। करवत भला ना करवट तेरी लाग गले सुन बेनती मेरी। हाँ वारी मुख फेर प्यारे करवट दे मुख काहे को मारे। ना पातशाह मेरे वाल बैठना तुसी मैनू ना विसरो मैं तुहानू ना विसरा। मोको तू ना विसार तू ना विसार तू ना विसारे रामैया। ना पातशाह मेरी बेनती है तुसी मैनू कदी ना विसरो कदी ना विसरो कदी ना विसरो। जिन्ना चिर तक रब दियां गल्लां करदियां करदियां रब नाल गल्लां नहीं करनियां होंदियां। गुरु दियां गल्लां करदियां करदियां गुरु नाल गल्लां नहीं करनियां होंदियां। अपने बारे गल्लां करदियां करदियां दूजियां किसी दी निंदिया किसी दी मरे कहंदे अपनियां गल्लां तुसीं जाणदे नहीं मैनूं मेरा पिछोकड़ा है मैं आया मैं फलाना मैं सिद्धू हुना मैं रंधावा हुना मैं फलाना हुना मैं आ हुना मैं ओ हुना मेरा आ। महाराज कहंदे तैनू पता भी है तू कौन है। सुनो रे तुम कौन हो कहां ते आए कितों आया तू तेनू पता कौन है तू नहीं पता। ते महाराज कहंदे जे तुहानू अपने आपे दा ही पता नहीं ते दम गजे मारी जाने तुसीं दुनिया दे सामने। वो मेरे सामने दम गजे मारी जांदा मैं उन्हां दे सामने दम गजे मारी जाना पल्ले किसी दे भी कुछ नहीं सवाए बेचैनी रोने धोने तो। ते भगत कोल की है एक मस्ती है एक रस है। नामदेव जी भगत कबीर जी भगत रविदास जी अपने ज्ञान की अपनी भगती की कीमत दे रहे हैं। संसार के अज्ञानी हंकारी लोग उन्हां दे प्रति ईर्खा निंदिया उन्हां नूं मारन दीयां गल्लां खत्म करन दीयां गल्लां निता प्रति करते हैं पर वो अपनी मस्ती विच ने। कबीर जी कहते ईर्खा बस होके पंडिता ने चुगलियां करके सुल्तान को मैनू जंजीरां नाल बन के गंगा विच डुआता। ये भगतां दी चाल निराली किस गल तो मौत नहीं डरा सकती उन्हां नूं। सब तो वड्डा सानू भै मौत दा। ते कबीर जी कहते मैनू की डराओगे मौत तो आ तुसीं मैनू बन के ते गंगा छुट के तुसीं समझोगे मैनू मार लिया तुसीं। मैं नहीं मर सकता जिन्हें मरना सी वो तो पहला ही मर गया। मेरे अंदर दा मोह मर गया मेरे अंदर दी हौमै मर गई मेरे अंदर दा काम क्रोध मर गया सब कुछ तृष्णा मर गया सारा कुछ। अब कैसे मरूं हुण मैं किवें मर सकदा। मरन मन मानिया मर मर जाते जिनी राम ना जाने। जिन्हां नूं वाहिगुरू अविनाशी वो चेते विच नहीं वो मरदे है। मैं क्यों मरा मैं ते आना ही नहीं हुण इत्थे वाप बहुर हम काहे आवेंगे मार के देख लो कहंदे हाथी दे अगे सुटदा। गुरु नानक पातशाह हजूर नूं जेल च बंद करता चक्कियां पीण ते लाता। भगतां ते सारियां दा जोड़ कदे उत्थे हंकारियां दा टोला है। इस दुनिया दी भीड़ हंकारियां दी लोभियां दी ईरखालुआं दी तृष्णालुआं दी भीड़ है। मैं बेनती करके समाप्ति करनी है। अज भगतां दा दिन मनाउंदे आ। आत्म चिंतन करना सीखिए। कुछ घड़ियां अपने अपने नाल बैठना 5-10-15 मिनट सीखिए। गुरु दे शब्द नूं आधार बना के आत्म चिंतन रहर साहिब च हुणे पढ़ के हटे
जिन सेविया मेरा हर जी, ते हर हर रूप समासी। जिन निर्भव जिन हर निर्भव ते आया जी, तिनका भव सब गवासी। मेरा भव ते कह मैं ते अजे भी डरिया ऐ ना हो जाए मेरे नाल, ऐ ना हो जाए मेरे नाल। कदी किसी साध कोल भज्जिया फिरदा मैं, कदी किसी डेरे ते भज्जिया फिरदा, कदी किते फिरिया फिरदा। मेरे अंदर दा डर, मेरे अंदर दा लालच मुकदा ही नहीं पिया। कदी धागे तवीत बरेत लैचियां बोतलां भजे बंदियां दे बंदे बने फिरदे, गुरु दा बंदा नहीं बना। महाराज कहते तुहाडे जीवन विच यह सच दियां संभावनावां पईयां ने। जिन निर्भव जिन हर निर्भव ते आया जी, तिनका भव सब गवासी। ते मेरा नहीं गवाचिया, ते इहदा मतलब मैनू अजे निर्भव ते आउणा नहीं आ रहा। भगत कबीर जी नूं आ गया ते आउणा, भगत नामदेव जी नूं आ गया ते आउणा। कबीर जी वाहिगुरू नामदेव जी दी मां कहंदी, पुੱਤ छड़ दे, मार देणगे तैनू। तैनू की खुदा कहण दे विच की फर्क है? ना कह तू राम राम, खुदा खुदा कह, तेरे वास्ते ते कोई फर्क ही नहीं। ते नामदेव जी कहंदे, सुनिया ना सारियां ने आपां ने शब्द, पर कदी इत्थे नहीं जा रहा। ना हो तेरा पुंगरा ना तू मेरी माए, पिंड पर है मर जावां मैं, कोई गल नहीं, मार देण मैनू। पर इन्हां दे हंकार दे सामने झुक के मैं राम कहना नहीं छड्डना। मेरे वास्ते खुदा विच ते राम विच कोई फर्क नहीं। पर यह हंकारी मैनू खुदा नहीं कहाउणा चाहुंदा, अपने हंकार दे अगे मैनू झुकाउणा चाहुंदा। ते मैं ते झुकना सिख लिया उहदे अगे, वाहिगुरू जी अगे, दुनिया अगे नहीं झुकना। अब हम चली ठाकुर पैहार, जब हम शरण प्रभु की आई, राख प्रभु भावें मार। मैनू तुसीं ते जिथे रखना रख लो, पर मैं दुनिया दी ईन कादे वास्ते ना। गुरुदेव कहंदे ऐदां जे बैठ के उन्हां भगतां वांग अपने आप दे जीवन विच अपने आप दी पड़चोल करदे हां। कल जिस तरह मैनू काम भटका रिहा सी, जिद्दां कल मैनू क्रोध रुखा कर रहा सी। बाणी मैं रोज पढ़दा, फिक्का मूर्ख आखिए पाना लह सजाए, पर फिक्का बोलन तो मैं फिर भी नहीं हट रहा। निक्की निक्की गल ते एक दूजे नूं चईयां लै लै पै। ते महाराज कहंदे भगतां दी चाल ही ये है, लब लोभ अहंकार तज तृष्णा बहुत नाही बोलन। मैं बेनती कर रहा सी, खन्नियों तिखी वालों निक्की, ए बिखम मार्ग किवें है? महाराज कहंदे वाहिगुरू वाहिगुरू कहण च की बिखम मार्ग है जी? चोणे शब्द लै लैके धुआं तार लैक्चर कथावां कर लेनियां, की औखा है जी? इत्थे कुछ भेटावां चढ़ा देनियां ते फिर मेरे नाम दी भाई साहब अरदास करन। ते मेरा नाम मनजीत सिंह नहीं, मैं मनजीत सिंह बेदी, मनजीत सिंह सोढी, मनजीत सिंह फलाना, मनजीत सिंह फलाना, मनजीत सिंह। एक इत्थे मनजीत सिंह होर बथेरे होणगे, की पता किहड़े मनजीत सिंह ने की दिता। नहीं, मेरे नाम नाल मेरी जात भी बोली, ताकि दुनिया नूं पता लगे मैं इत्थे कुछ दिता है। अरे भाई इत्थे तो तू आया सी भिखारी बन के, ते इत्थे तू दाता कदों दा बन गया भिखारी बन के? मैं इत्थे इन्ना दिता, तू भिखारी आया सी, ते फिर जगत भिखारी, फिर हम भीख भिखारी, तेरे दे सबक चेते करना, दृढ़ कर। नहीं, मैनू भुल गया। मैं इत्थे आके भी अपनी मैं नूं नाल ही लैके आया, अपनी दुनियादारी नूं भी नाल ही लैके आया, ते दुनिया इत्थे फिर लिया के खड़ा ली। गुरु फिर विचों मनफी हो गया। भगतां की चाल निराली है भाई। इसी करके महाराज कहंदे भगतां का बोलिया परवान है। जदों भगत बोलते ने साहब जी कहंदे वो भावें किसी एक सज्जन वास्ते, किसी एक घटना दे प्रति बोलन, पर वो सारे संसार वास्ते हुंदा, सदा वास्ते हुंदा, सर्वदेशी हुंदा है, सर्वकाली हुंदा है। अज धन गुरु ग्रंथ साहिब पातशाह हजूर नूं संग्रहित कीते हैं। पिछे असीं 400 साला भी मनाया, धन गुरु ग्रंथ साहिब पातशाह दा प्रकाश उत्सव मनाया। जिन्ने उस वेले ये महत्वपूर्ण सीगे, इहां सुख आ गया मुख उजल दे लई बचन, उन्हें अज भी ने
ਸਿੱਖ ਦੁਨੀਆ ਦੇ ਕਿਸੇ ਵੀ ਕੋਨੇ ਤੇ ਚਲੇ ਜਾਏ, ਗੁਰੂ ਉਹਦੇ ਨਾਲ ਹੈ, ਗੁਰੂ ਦਾ ਸ਼ਬਦ ਉਹਦੇ ਨਾਲ ਹੈ। ਤੇ ਫਿਰ ਉਹ ਸਿੱਖ ਜਦੋਂ ਗੁਰੂ ਦੇ ਸ਼ਬਦ ਨਾਲ ਜੁੜ ਕੇ ਤੁਰਦਾ ਹੈ ਤਾਂ ਇਹਾਂ ਸੁੱਖ ਉਸ ਨੂੰ ਮਿਲਦਾ ਹੈ। ਇਕੱਲਾ ਇਹਾਂ ਸੁੱਖ ਨਹੀਂ, ਆਗੇ ਮੁਖ ਉਜਲ ਦੀ ਵੀ ਦਾਤ ਮਿਲਦੀ ਹੈ। ਇਹ ਤਾਂ ਭਗਤ ਬਚਨ ਕਰਦੇ ਨੇ, ਪਾਤਸ਼ਾਹ ਨਾ ਸਾਨੂੰ ਵਿਸਾਰਿਓ ਨਾ, ਤੁਸੀਂ ਵਿਸਰਿਓ ਨਾ ਸਾਨੂੰ, ਮੋਕੋ ਤੂੰ ਨਾ ਵਿਸਾਰ, ਤੂੰ ਨਾ ਵਿਸਾਰ, ਤੂੰ ਨਾ ਵਿਸਾਰੇ ਰਾਮਈਆ। ਇਹ ਮੈਨੂੰ ਦੁਨੀਆ ਢੇਡ ਆਖੇ, ਮੂਰਖ ਆਖੇ, ਸ਼ੂਦਰ ਆਖੇ, ਕੀ ਫਰਕ ਪੈਂਦਾ। ਇੱਕ ਗੱਲ ਇਹ ਵੀ ਯਾਦ ਰੱਖਿਓ ਪਾਤਸ਼ਾਹ, ਐਸੇ ਇੱਥੇ ਹੀ ਮੈਨੂੰ ਆਪਣੇ ਭਗਤ ਦੇ ਤੌਰ ਤੇ ਦੁਨੀਆ ਵਿੱਚ ਸਵੀਕ੍ਰਿਤੀ ਦਵਾਇਓ। ਮਰਨ ਤੋਂ ਬਾਅਦ ਦੀਆਂ ਮੁਕਤੀਆਂ ਮੈਂ ਇੱਥੇ ਮੁਕਤੀ ਚਾਹੀਦੀ ਹੈ ਮੈਨੂੰ। ਦੁਨੀਆ ਦੀ ਪਰਵਾਹ, ਦੁਨੀਆ ਦੇ ਵਿਕਾਰ, ਦੁਨੀਆ ਦੇ ਰੰਗ ਤਮਾਸ਼ਿਆਂ ਤੋਂ ਮੁਕਤ ਹੋ ਜਾਵਾਂ ਤੇ ਤੁਹਾਡੇ ਨਾਲ ਜੁੜ ਜਾਵਾਂ। ਪਾਤਸ਼ਾਹ ਕਹਿੰਦੇ ਭਗਤਾਂ ਦੇ ਨਾਲ ਜੁੜਨ ਦਾ ਇਹੋ ਹੀ ਲਾਹਾ ਹੈ। ਬੰਧਨ ਖੋਲਨ ਸੰਤ, ਦੂਤ ਸਭ ਜਾਹੇ ਛਾਪ। ਸੰਤਾਂ ਦੇ ਭਗਤਾਂ ਦੇ ਨਾਲ ਜੁੜੋਗੇ, ਉਹਨਾਂ ਦੀ ਬਾਣੀ ਨਾਲ ਜੁੜੋਗੇ, ਉਹਨਾਂ ਦੇ ਬਚਨਾਂ ਨਾਲ ਜੁੜੋਗੇ ਤਾਂ ਤੁਹਾਡੇ ਵਿਕਾਰੀ ਬੰਧਨ ਜਿਵੇਂ ਉਹਨਾਂ ਦੇ ਟੁੱਟ ਗਏ, ਜਿਹੜੇ ਉਹ ਕਹਿੰਦੇ ਆ ਜੋ ਹਮ ਬਾਂਧੇ ਮੋਹ ਫਾਸ ਹਮ ਪ੍ਰੇਮ ਬੰਧਨ ਤੁਮ ਬਾਂਧੇ, ਆਪਣੇ ਛੂਟਣ ਕੋ ਯਤਨ ਕਰੋ ਹਮ ਛੂਟੇ ਤੁਮਾਰਾ। ਤੇ ਮਹਾਰਾਜ ਕਹਿੰਦੇ ਤੁਸੀਂ ਵੀ ਇਹ ਕਹਿਣ ਦੇ ਯੋਗ ਹੋ ਜਾਓਗੇ ਜੇ ਇਸ ਤਰ੍ਹਾਂ ਭਗਤਾਂ ਦੇ ਪਿੱਛੇ ਪਿੱਛੇ, ਭਗਤਾਂ ਦੀ ਸ਼ਬਦ ਦੀ ਅਗਵਾਈ ਵਿੱਚ ਤੁਰੋਗੇ। ਗੁਰੂ ਵੀ ਭਗਤ ਹੈ, ਯਾਦ ਰੱਖੀਏ। ਇਹਨਾਂ ਨੂੰ ਫਰਕਾਂ ਵਿੱਚ, ਭੇਦਾਂ ਵਿੱਚ ਨਹੀਂ ਪਾਉਣਾ। ਗੁਰੂ ਰਾਮਦਾਸ ਸਾਹਿਬ ਦਾ ਬਚਨ ਹੈ, ਕੱਲੇ ਉਹੀ ਨਹੀਂ, ਗੁਰੂ ਵੀ ਭਗਤ ਹੈ। ਧੰਨ ਧੰਨ ਸਤਿਗੁਰੂ ਭਗਤ ਹਮਾਰਾ, ਜਿਤ ਸੇਵਿਆ ਹਰ ਨਾਮ, ਹਮ ਹਰ ਨਾਮ ਲਿਵ ਲਾਈ। ਧੰਨ ਧੰਨ ਭਗਤ ਸਤਿਗੁਰੂ ਹਮਾਰਾ। ਸਤਿਗੁਰੂ ਵੀ ਭਗਤ ਹੈ, ਉਹ ਵੀ ਭਗਤ, ਸਾਰੇ ਹੀ ਭਗਤੀ ਦੇ ਨਾਲ ਆਪ ਲਿਵਲੀਨ ਹੋਏ। ਤੇ ਸਾਨੂੰ ਆਖਿਆ ਕਿ ਜੇ ਉਂਗਲੀ ਪਕੜ ਕੇ ਸਾਡੇ ਨਾਲ ਨਾਲ ਚੱਲੀ ਚੱਲੋਗੇ ਇਸ ਸ਼ਬਦ ਦੀ ਅਗਵਾਈ 'ਚ, ਤੁਸੀਂ ਵੀ ਦੁਨਿਆਵੀ ਵਿਕਾਰਾਂ ਦੇ ਬੰਧਨ ਤੋਂ ਮੁਕਤ ਹੋ ਕੇ ਸਦਾ ਦੇ ਆਨੰਦ ਦੀ ਅਵਸਥਾ ਵਿੱਚ ਲੋਕ ਸੁਖੀਆ ਵੀ ਕਰਵਾ ਸਕੋਗੇ ਤੇ ਪਰਲੋਕ ਸੁਹੇਲਾ। ਸਾਰਿਆਂ ਦੇ ਜੀਵਨ ਵਿੱਚ ਇਹ ਸੰਭਾਵਨਾ ਹੈ। ਗੁਰੂ ਬਖਸ਼ਿਸ਼ ਕਰੇ ਇਹ ਕੁਝ ਸਮਾਂ ਗੁਰੂ ਦੇ ਪਿਆਰ ਵਿੱਚ ਉਹਨਾਂ ਭਗਤਾਂ ਦੀ ਕਮਾਈ ਦਾ ਧਿਆਨ ਧਰਦਿਆਂ ਧਰਦਿਆਂ ਬੋਲੋ ਜੀ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ, ਇਹ ਭਗਤਾਂ ਵਾਲੀ ਕਮਾਈ ਦੀ ਪਿਆਸ ਹੀ ਅੱਜ ਜਾਗ ਜਾਵੇ ਸਾਡੀ। ਕਮਾਈ ਤੇ ਅੱਗੇ ਬਹੁਤ ਦੂਰ ਦੀ ਗੱਲ ਹੈ। ਤਿਨਾ ਦੇਖ ਮਨ ਚਾਓ ਉਠੰਦਾ, ਹਉ ਕਦ ਪਾਈ ਗੁਣਤਾਸਾ। ਉਹ ਚਾਓ ਹੀ ਸਾਡੇ ਅੰਦਰ, ਉਹ ਪਿਆਸ ਹੀ ਸਾਡੇ ਅੰਦਰ ਪੈਦਾ ਹੋ ਜਾਏ। ਇਹੀ ਬਖਸ਼ਿਸ਼ ਹੈ। ਗੁਰੂ ਸਾਹਿਬ ਜੀ ਰਹਿਮਤ ਕਰਨ, ਇਸ ਤਰ੍ਹਾਂ ਦੀ ਪਿਆਸ, ਇਹੋ ਜਿਹਾ ਚਾਓ ਸਾਡੇ ਅੰਦਰ ਪੈਦਾ ਹੋ ਜਾਏ। ਗੁਰੂ ਕੇ ਕੀਰਤਨੀਏ ਹਾਜ਼ਰ ਹੋ ਚੁੱਕੇ ਨੇ। ਇਹਨਾਂ ਨੂੰ ਜੋ ਪਾਤਸ਼ਾਹ ਨੇ ਮਧੁਰ ਆਵਾਜ਼ ਦਿੱਤੀ ਹੈ, ਗੁਰੂ ਦੀ ਬਾਣੀ ਦਾ, ਭਗਤਾਂ ਦੀ ਉਸਤਤ ਦਾ ਆਨੰਦ ਮਾਣੀਏ। ਤੇ ਉਹ ਜਿਹੜਾ ਬਚਨ ਚੱਲਦਾ ਹਰ ਜੁਗ ਜੁਗ ਭਗਤੋ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਕਿਤੇ ਨਾਮ ਤਰੀਕ ਹੀ ਬਣ ਕੇ ਉਹਨਾਂ ਭਗਤਾਂ ਵਾਂਗ ਗੁਰੂ ਅੱਗੇ ਝੋਲੀ ਅਟਣੀ ਆ ਜਾਏ। ਤੇ ਤਰਸ ਪਾਇਆ ਮਿਹਰਾਮਤ ਹੋਈ, ਸਤਿਗੁਰ ਸੱਜਣ ਮਿਲਿਆ, ਨਾਨਕ ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੈ ਹਰਿਆ ਦਾ ਸੱਚ ਸਾਡੇ ਜੀਵਨ ਵਿੱਚ ਪ੍ਰਗਟ ਹੋ ਸਕੇ। ਭੁੱਲਾਂ ਚੁੱਕਾਂ ਦੀ ਖਿਮਾ। ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਰਹਿਮਤ ਕਰਨ, ਇਹ ਸਤਸੰਗਾਂ ਦੇ ਪ੍ਰਵਾਹ ਇਵੇਂ ਚੱਲਦੇ ਰਹਿਣ। ਜਗਿਆਸੂ ਰੂਹਾਂ ਨਾਮ ਬਾਣੀ ਦੇ ਲਾਹੇ ਪ੍ਰਾਪਤ ਕਰਕੇ ਸਰਸ਼ਾਰ ਹੁੰਦੀਆਂ ਰਹਿਣ। ਬਹੁਤ ਲੰਬੇ ਅਰਸੇ ਬਾਅਦ ਤੁਹਾਡੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਤੁਹਾਡਾ ਸਾਰਿਆਂ ਦਾ ਧੰਨਵਾਦ। ਫਤਿਹ ਬੁਲਾਓ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।